ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤਪਾਲ ਦੇ ਮਾਮਲੇ 'ਚ ਨਿਤ ਨਵੇਂ ਤੱਥ ਪੇਸ਼ ਹੋ ਰਹੇ ਆ ਔਰ ਇਹਨੂੰ ਵੱਡੀਆਂ ਅਖਬਾਰਾਂ ਕਿਵੇਂ ਰਿਪੋਰਟ ਕਰ ਰਹੀਆਂ, ਅਸੀਂ ਹਰ ਦਿਨ ਤੁਹਾਡੀ ਉਹਨਾਂ ਨਾਲ ਸਾਂਝ ਪਾਉਂਦੇ ਹਾਂ। ਅੱਜ ਵੀ ਭਾਸਕਰ ਸਾਹਿਬ ਕੁਝ ਨਵੀਆਂ ਥਿਊਰੀਜ਼, ਪੁਲਿਸ ਦੇ ਦਾਅਵੇ ਔਰ ਚਸ਼ਮਦੀਦਾਂ ਦੀ ਜ਼ੁਬਾਨੀ ਜੋ ਕੁਝ ਵੀ ਆਉਂਦਾ, ਰਿਪੋਰਟ ਹੁੰਦਾ, ਨਸ਼ਰ ਹੁੰਦਾ, ਤੁਹਾਡੇ ਨਾਲ ਸਾਂਝ ਪਵਾਵਾਂਗੇ। ਦੂਜਾ ਮਾਮਲਾ, ਰਾਹੁਲ ਗਾਂਧੀ ਦੀ ਸਜ਼ਾ ਨੂੰ ਲੈ ਕੇ ਦੇਸ਼ ਵਿੱਚ ਸਿਆਸਤ ਭਖ ਗਈ ਹੈ। ਹੁਣ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰੀ ਚਲੇ ਜਾਊਗੀ, ਇਹਦੇ ਉੱਤੇ ਬਹਿਸ ਛਿੜ ਗਈ ਹੈ ਔਰ ਇਸ ਤਰ੍ਹਾਂ ਦੇ ਕਈ ਉਦਾਹਰਨਾਂ ਨਾਲ ਪੇਸ਼ ਹੋਇਆ ਜਾ ਰਿਹਾ ਕਿ ਭਾਵੇਂ ਰੋਕ ਲੱਗ ਜੇ ਸਜ਼ਾ ਦੇ ਉੱਤੇ, ਲੇਕਿਨ ਉਹਦੀ ਮੈਂਬਰੀ ਤੋਂ ਅਯੋਗਤਾ ਬਣਦੀ ਹੈ। ਇਹਦੇ ਉੱਤੇ ਗੱਲ ਕਰਦੇ ਹਾਂ। ਇਹ ਸਿਆਸਤ ਕਾਂਗਰਸ ਨੂੰ ਵਾਰਾ ਖਾਊਗੀ, ਬੀਜੇਪੀ ਨੂੰ ਫਾਇਦਾ ਹੋਊਗਾ, ਇਹਦੇ ਉੱਤੇ ਗੱਲ ਕਰਦੇ ਹਾਂ। ਤੀਜਾ ਸਵਾਲ, ਕੇਜਰੀਵਾਲ ਸਾਹਿਬ ਵੀ ਇੱਕ ਪਾਸੇ ਵੱਡੇ ਭਰਾ ਹੋਣ ਦੀ ਗੱਲ ਕਰਦੇ ਆ, ਦੂਜੇ ਬੰਨੇ ਕੱਲ ਮੋਦੀ ਹਟਾਓ ਦੀ ਗੱਲ ਕਰਦੇ ਆ। ਇੱਧਰ ਕਾਂਗਰਸੀਏ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਹਟਾਓ ਦੀ ਗੱਲ ਕਰਨ ਲੱਗ ਗਿਆ। ਇਹ ਸਾਰੇ ਸਿਆਸੀ ਬਿਰਤਾਂਤ ਨੇ, ਨੈਰੇਟਿਵ ਨੇ, ਜਿਨ੍ਹਾਂ ਦਾ ਜ਼ਿਕਰ ਕਰਾਂਗੇ। ਇੱਕ 607 ਕਰੋੜ ਰੁਪਏ ਦਾ ਫੂਡ ਗ੍ਰੇਨ ਨਾਲ ਸੰਬੰਧਿਤ ਇੱਕ ਘਪਲਾ ਆਉਂਦਾ ਹੈ, ਉਹ ਜਾਂਚ ਲਈ ਅੱਗੇ ਵੱਧਦਾ ਹੈ। ਇੰਦਰਪ੍ਰੀਤ ਜੀ ਇਹਦੇ ਸੰਬੰਧੀ ਸਾਡੀ ਸਾਂਝ ਪਵਾ ਦੇਣਗੇ। ਫ੍ਰੀ ਪਾਵਰ ਨੂੰ ਰੋਕਿਆ ਜਾਣਾ ਬਣਦਾ ਹੈ ਜੇਕਰ ਤੁਸੀਂ ਪਾਣੀ ਬਚਾਉਣਾ ਹੈ। ਇਹ ਡਾਕਟਰ ਖੁਸ਼ ਕਹਿ ਰਹੇ ਨੇ, ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਲੇਕਿਨ ਐਗਰੀਕਲਚਰ ਪਾਲਿਸੀ ਪੰਜਾਬ ਦੀ, ਉਹਦਾ ਜ਼ਿਕਰ ਵੀ ਹੋ ਰਿਹਾ, ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਅਦਰਵਾਈਜ਼ ਪਾਣੀਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਤੇ ਇੰਦਰਪ੍ਰੀਤ ਇਹਦੇ ਨਾਲ ਜੁੜੇ ਕੁਝ ਨਵੇਂ ਤੱਥ ਜਿਹੜੇ ਬਾਅਦ ਦੇ ਵਿੱਚ ਨਿਕਲ ਕੇ ਆਉਂਦੇ ਆ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ, ਕੁਝ ਅਸੀਂ ਕੱਲ ਜ਼ਿਕਰ ਕੀਤੇ ਸੀਗੇ, ਉਸ ਤੋਂ ਅਗਲੀ ਕਹਾਣੀ ਪਾਉਣਗੇ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਸਾਡੇ ਸਮਕਾਲੀ ਅੰਮ੍ਰਿਤਪਾਲ ਦੇ ਮਾਮਲੇ ਨੂੰ ਕਿਵੇਂ ਰਿਪੋਰਟ ਕਰ ਰਹੇ ਆ? ਅੰਗਰੇਜ਼ੀ ਹਿੰਦੀ ਦੀਆਂ ਵੱਡੀਆਂ ਅਖਬਾਰਾਂ ਕੀ ਕਹਿ ਰਹੀਆਂ ਨੇ, ਕਿਹੜੀਆਂ ਕਹਾਣੀਆਂ ਉਜਾਗਰ ਹੋ ਰਹੀਆਂ, ਗੱਲ ਉੱਥੋਂ ਕੁ ਤੋਰ ਦਿਓ। ਰੰਧਾਵਾ ਜੀ, ਅੰਮ੍ਰਿਤਪਾਲ ਦੇ ਬਾਰੇ 'ਚ ਰੋਜ਼ ਨਵੀਂ ਜਾਣਕਾਰੀ ਨਿਕਲ ਕੇ ਆ ਰਹੀ ਹੈ। ਹਾਲਾਂਕਿ ਇਹ ਜਾਣਕਾਰੀ ਜ਼ਿਆਦਾਤਰ ਤੇ ਉਸ ਬਾਰੇ 'ਚ ਹੈਗੀ ਹੈ ਕਿ ਕਿੱਥੇ ਕਿੱਥੇ ਤੇ ਕਿੱਦਾਂ ਕਿੱਦਾਂ ਕਿਹੜੇ ਵਹੀਕਲ ਤੇ ਉਹ ਗਿਆ, ਔਰ ਸਕੂਟਰ, ਮੋਟਰਸਾਈਕਲ, ਸਕੂਟਰੀ, ਰੇੜੀ, ਇਹਨਾਂ ਸਾਰਿਆਂ ਦਾ ਜ਼ਿਕਰ ਹੋ ਰਿਹਾ ਹੈ। ਪਰ ਕਿਸੇ ਵੀ ਜਗ੍ਹਾ ਤੇ ਪੰਜਾਬ ਪੁਲਿਸ ਜਾਂ ਫਿਰ ਹਰਿਆਣਾ ਪੁਲਿਸ ਦੀ ਤੇ ਗੱਲ ਕਾਲੀ ਤੁਰੀ ਹੈ, ਇਹ ਚੀਜ਼ ਨਹੀਂ ਕਰ ਪਾ ਰਹੀ ਕਿ ਅਸੀਂ ਉਹਦੇ ਫੂਟ ਸਟੈਪਸ ਫੋਲੋ ਕਰ ਰਹੇ ਹਾਂ। ਜਿੱਥੇ ਜਿੱਥੇ ਜਾ ਰਿਹਾ, ਜਿੱਦਾਂ ਕੋਈ ਕਿਸੇ ਦੀ ਤਲਾਸ਼ ਕਰਨੀ ਹੁੰਦੀ ਹੈ ਤੇ ਉਹਦੇ ਪੰਜਿਆਂ ਦੇ ਨਿਸ਼ਾਨ ਦੀ ਤਰਫ ਤੁਸੀਂ ਦੇਖਦੇ ਹੋ ਵੀ ਇੱਥੇ ਗਿਆ ਹੋਏਗਾ। ਇਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤੁਰ ਰਹੀ ਹੈ। ਜਾਂ ਫਿਰ ਜਾਣਬੁੱਝ ਕੇ ਕਈ ਵਾਰ ਕਿਸੇ ਨੂੰ ਫੜਨਾ ਹੋਏ ਤੇ ਉਹਨੂੰ ਇੱਕ ਤਰਫ ਧਕੇਲਿਆ ਜਾਂਦਾ, ਇੱਕ ਤਰਫ ਭੇਜਿਆ ਜਾਂਦਾ ਹੈ ਤਾਂ ਕਿ ਸਮੇਂ ਆਉਣ ਤੇ ਫੜਿਆ ਜਾ ਸਕੇ। ਇਸ ਥਿਊਰੀ ਦੇ ਵਿੱਚ ਵੀ ਲੋਕਾਂ ਦੇ ਵਿੱਚ ਗੱਲ ਤੁਰ ਰਹੀ ਹੈ। ਹੁਣ ਅੰਮ੍ਰਿਤਪਾਲ ਦੇ ਬਾਰੇ 'ਚ ਕੱਲ ਕਾਫੀ ਸਾਰੀ ਗੱਲਾਂ ਨਵੀਆਂ ਆਈਆਂ। ਉਹਦੇ ਸ਼ਾਹਬਾਦ ਮਾਰਕੰਡਾ ਦੇ ਵਿੱਚ ਹੋਣ ਦੀ ਵੀ ਗੱਲ ਹੋਈ। ਬਲਜੀਤ ਕੌਰ ਨਾਮ ਦੀ ਇੱਕ ਮਹਿਲਾ ਦੇ ਘਰ ਉਹਦਾ ਰਾਤ ਕੱਟਣਾ, ਉਹਦੇ ਭਰਾ ਦਾ ਹਰਜਿੰਦਰ ਸਿੰਘ ਜਿਹੜਾ ਐਸਡੀਐਮ ਦਾ ਰੀਡਰ ਹੈਗਾ ਹਰਿਆਣੇ ਦੇ ਵਿੱਚ, ਉਹਦਾ ਵੀ ਉੱਥੇ ਮੌਜੂਦ ਹੋਣਾ, ਔਰ ਬਾਅਦ ਚੋਂ ਕਥਿਤ ਤੌਰ ਤੇ ਹਰਜਿੰਦਰ ਸਿੰਘ ਦੇ ਕਹਿਣ ਤੇ ਹੀ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਣਾ ਕਿ ਅੰਮ੍ਰਿਤਪਾਲ ਤੇ ਉਹਦਾ ਸਾਥੀ ਕਪਲਪ੍ਰੀਤ ਸਿੰਘ ਉਹ ਉੱਥੇ ਸੀਗਾ। ਹੁਣ ਇਹਨਾਂ ਸਾਰੀ ਗੱਲਾਂ ਤੋਂ ਬਾਅਦ ਕੁਝ ਨਵੀਆਂ ਗੱਲਾਂ ਨਵੀਂ ਇਨਵੈਸਟੀਗੇਸ਼ਨ ਦੇ ਰਾਹੀਂ ਕੱਲ ਉੱਭਰ ਕੇ ਆਈਆਂ। ਪੀਟੀਆਈ ਜਿਹੜੀ ਇੱਕ ਏਜੰਸੀ ਹੈਗੀ ਹੈ, ਉਹਦੀ ਰਿਪੋਰਟ ਇੱਕ ਅਖਬਾਰ ਦੇ ਵਿੱਚ ਛਪੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਟਾਰਗੇਟ ਕਰ ਰਿਹਾ ਸੀਗਾ ਖਾਸ ਕਰਕੇ ਐਕਸ ਸਰਵਿਸਮੈਨ ਨੂੰ, ਡਰੱਗ ਐਡਿਕਟਸ ਨੂੰ ਤੇ ਉਸ ਤੋਂ ਇਲਾਵਾ ਯੰਗਸਟਰਸ ਨੂੰ। ਇਹਦੀ ਪੁਸ਼ਟੀ ਕਰਨ ਵਾਸਤੇ ਜਿਹੜਾ ਡਰੱਗ ਡੀ ਐਡਿਕਸ਼ਨ ਸੈਂਟਰ ਜੱਲੂਪੁਰ ਖੇੜਾ ਦੇ ਵਿੱਚ ਖੋਲਿਆ ਸੀਗਾ, ਉਹਦੇ ਵਿੱਚ ਕੁਝ ਨਾਲ ਗੱਲਬਾਤ ਹੋਈ ਹੈ, ਇਨਵੈਸਟੀਗੇਸ਼ਨ ਨੂੰ ਅੱਗੇ ਤੋਰਿਆ ਹੈ। ਔਰ ਉਹਦਾ ਕਾਰਨ ਵੀ ਇਹ ਸੀਗਾ ਕਿ ਡਰੱਗ ਐਡਿਕਟਸ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਸੀਗਾ ਔਰ ਉਹਨੂੰ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਅੱਗੇ ਵਧਾਇਆ ਜਾਂਦਾ ਸੀਗਾ। ਔਰ ਐਕਸ ਸਰਵਿਸਮੈਨ ਦੀ ਗੱਲ ਕਰੀਏ ਤੇ ਉਹਨਾਂ ਕੋਲ ਤਕਰੀਬਨ ਵੈਪਨ ਦੇ ਲਾਇਸੈਂਸ ਸੀ ਤੇ ਉਹਨਾਂ ਨੂੰ ਲਾਇਸੈਂਸਡ ਆਪਣੇ ਇੱਕ ਵਰਕਰ ਕਹਿ ਲਓ ਜਾਂ ਆਪਣੇ ਸਮਰਥਕ ਕਹਿ ਲਓ, ਉਹ ਮਿਲਦੇ ਸੀਗੇ। ਔਰ ਉਸ ਤੋਂ ਇਲਾਵਾ ਇੱਕ ਗੱਲ ਹੋਰ ਤੁਰ ਕੇ ਆਈ ਹੈ ਕਿ ਉਹਨੇ ਇੱਕ ਫਾਇਰਿੰਗ ਰੇਂਜ ਕਥਿਤ ਤੌਰ ਤੇ, ਅਸੀਂ ਕਥਿਤ ਤੌਰ ਤੇ ਇਸ ਕਰਕੇ ਕਹਾਂਗੇ ਕਿ ਅਖਬਾਰਾਂ ਦੀ ਰਿਪੋਰਟਾਂ ਔਰ ਪੁਲਿਸ ਦੇ ਬਿਆਨਾਂ ਦੇ ਹਿਸਾਬ ਨਾਲ ਅਸੀਂ ਇਹ ਗੱਲ ਕਹਿ ਰਹੇ ਹਾਂ, ਉਹਦੇ ਵਿੱਚ ਇੱਕ ਫਾਇਰਿੰਗ ਰੇਂਜ ਵੀ ਸੀਗੀ। ਔਰ ਇਸ ਫਾਇਰਿੰਗ ਰੇਂਜ ਦਾ ਪਤਾ ਕਿੱਥੋਂ ਚੱਲਿਆ? ਜਦ ਇੱਕ ਤੇਜਿੰਦਰਪਾਲ ਸਿੰਘ ਉਰਫ ਗੋਰਖਾ ਬਾਬਾ ਜਿਹੜਾ ਗਨਮੈਨ ਸੀਗਾ ਅੰਮ੍ਰਿਤਪਾਲ ਦਾ, ਉਹ ਪੁਲਿਸ ਨੇ ਫੜਿਆ, ਉਹਦੇ ਫੋਨ ਨੂੰ ਖੰਗਾਲਿਆ, ਉਹਦੇ ਵਿੱਚ ਕੁਝ ਟ੍ਰੇਨਿੰਗ ਦੀ ਫੋਟੋ ਨਿਕਲੀ। ਇਸ ਤੋਂ ਇਲਾਵਾ ਉਹਦੇ ਫੋਨ ਤੋਂ ਪੁਲਿਸ ਦਾ ਕਹਿਣਾ ਹੈ ਕਿ ਇੱਕ ਡਿਜ਼ਾਈਨ ਵੀ ਮਿਲਿਆ, ਫਾਰਵਰਡ ਵੀ ਮਿਲਿਆ ਖਾਲਿਸਤਾਨੀ ਡਾਲਰ ਦਾ, ਯਾਨੀ ਅੱਗੇ ਚੱਲ ਕੇ ਜੇ ਖਾਲਿਸਤਾਨ ਬਣਨਾ ਸੀਗਾ ਤੇ ਕਿੱਦਾਂ ਦਾ ਡਾਲਰ ਹੋਏਗਾ, ਉਹਦਾ ਵੀ ਜ਼ਿਕਰ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਕੀਤਾ ਹੈ। ਔਰ ਫੋਰਨ ਫੰਡਿੰਗ
ਹੁੰਦੀ ਸੀ ਉਹ ਵੀ ਗੋਰਖਾ ਬਾਬਾ ਦੇ ਫੋਨ ਦੇ ਰਾਹੀਂ ਇਸ ਚੀਜ਼ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ISI ਲਿੰਕ ਸੀ, ਇਹ ਗੱਲ ਕਾਫੀ ਟਾਈਮ ਤੋਂ ਚੱਲ ਰਹੀ ਹੈ। ਪਰ ਹੁਣ ਇਸ ਮੁੱਦੇ ਦੇ ਉੱਤੇ ਕੱਲ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਵੀ ਐਡਮਿਟ ਕੀਤਾ ਕਿ ਹਜੇ ਤੱਕ ਦੀ ਇਨਵੈਸਟੀਗੇਸ਼ਨ ਤੋਂ ਇਹ ਤੇ ਪਤਾ ਲੱਗ ਰਿਹਾ ਕਿ ISI ਲਿੰਕ ਸੀ। ਹੁਣ ਇਹਨੂੰ ਐਸਟੈਬਲਿਸ਼ ਕਰਾਂਗੇ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਦੌਰਾਨ ਦੇ ਵਿੱਚ। 207 ਅੰਮ੍ਰਿਤਪਾਲ ਦੇ ਸਮਰਥਕ ਹਜੇ ਤੱਕ ਅਰੈਸਟ ਹੋਏ ਨੇ ਔਰ ਇਸ ਗੱਲ ਦੇ ਉੱਤੇ ਕਾਫੀ ਰੋਲਾ ਵੀ ਪਿਆ। SGPC ਨੇ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਔਰ ਅਕਾਲੀ ਦਲ ਨੇ ਵੀ ਇਸ ਗੱਲ ਦਾ ਸੰਗਿਆਨ ਲਿਆ ਕਿ ਇਹ ਕਿਤੇ ਬੱਚਿਆਂ ਦੇ ਨਾਲ ਅਨਿਆਏ ਤੇ ਨਹੀਂ ਹੋ ਰਿਹਾ। ਉਸ ਤੋਂ ਬਾਅਦ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਕਿਹਾ ਕਿ 207 ਭਾਵੇਂ ਅਸੀਂ ਅਰੈਸਟ ਕੀਤੇ ਨੇ, ਇਹਨਾਂ ਵਿੱਚੋਂ 177 ਨੂੰ ਅਸੀਂ ਮੁੱਢਲੀ ਇਨਵੈਸਟੀਗੇਸ਼ਨ ਤੋਂ ਬਾਅਦ ਛੱਡ ਦੇਵਾਂਗੇ ਤੇ ਸਿਰਫ 30 ਜਿਹੜੇ ਸਮਰਥਕ ਨੇ ਖਾਲਿਸਤਾਨ ਦੇ, ਉਹਨਾਂ ਦੇ ਖਿਲਾਫ ਕ੍ਰਿਮੀਨਲ ਜਿਹੜਾ ਕੇਸ ਹੈ ਉਹ ਜਾਰੀ ਰਹੇਗਾ। 2 ਆਟੋ ਰਿਕਸ਼ਾ ਦਾ ਵੀ ਜ਼ਿਕਰ ਹੋਇਆ। ਜਿਸ ਤਰੀਕੇ ਨਾਲ ਅੰਮ੍ਰਿਤਪਾਲ ਉਹ ਜਿਹੜੇ ਫਿਲੌਰ ਵਾਲੀ ਸਾਈਡ ਤੋਂ ਸ਼ੇਰਪੁਰ ਚੌਂਕ ਪਹੁੰਚਿਆ ਸੀਗਾ, 2 ਆਟੋ ਉਹਨੇ ਕੀਤੇ ਸੀਗੇ ਔਰ ਸ਼ੇਰਪੁਰ ਚੌਂਕ ਜਾਣ ਤੋਂ ਬਾਅਦ ਇੱਕ ਬੱਸ ਫੜ ਲਈ ਸੀ ਉਹਨੇ ਕੁਰੂਕਸ਼ੇਤਰਾ ਦੀ। ਇਹ ਵੀ ਗੱਲਾਂ ਨਿਕਲ ਕੇ ਆ ਰਹੀ ਹੈ। ਹਾਲਾਂਕਿ ਇਸ ਥਿਉਰੀ ਨੂੰ ਇੱਕ ਜਗ੍ਹਾ ਨੈਗੇਟ ਵੀ ਕੀਤਾ ਜਾਂਦਾ ਜਦ ਇਹ ਕਿਹਾ ਜਾਂਦਾ ਕਿ ਪਟਿਆਲੇ ਤੋਂ ਉਹ ਸਕੂਟਰੀ ਦੇ ਰਾਹੀਂ ਉਹ ਪਹੁੰਚਦਾ ਹੈ ਕੁਰੂਕਸ਼ੇਤਰਾ, ਕਿਉਂਕਿ ਕੁਰੂਕਸ਼ੇਤਰਾ ਪਟਿਆਲੇ ਡਿਸਟ੍ਰਿਕਟ ਤੋਂ ਕਾਫੀ ਲਾਗੇ ਲੱਗਦਾ ਹੈ। ਔਰ ਬਾਅਦ ਚੋਂ ਉਸ ਸਕੂਟਰੀ ਨੂੰ ਬਲਜੀਤ ਕੌਰ, ਜਿਸ ਮਹਿਲਾ ਦੇ ਘਰ ਜਾ ਕੇ ਉਹ ਰਿਹਾ ਸੀਗਾ, ਉਹਨੂੰ ਕਿਹਾ ਜਾਂਦਾ ਹੈ ਕਿ ਇਹ ਸਕੂਟਰੀ ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚ ਜਾ ਕੇ ਵਾਪਸ ਕਰਾਣਾ। ਔਰ ਇੱਕ ਹੋਰ ਥਿਉਰੀ ਨਿਕਲ ਕੇ ਆਉਂਦੀ ਹੈ ਜਿਹਦੇ ਵਿੱਚ ਸ਼ੇਖੂਪੁਰ ਦੇ ਗੁਰਦੁਆਰੇ ਦੇ ਵਿੱਚ ਅੰਮ੍ਰਿਤਪਾਲ ਪਹੁੰਚਦਾ ਹੈ। ਉੱਥੇ ਜਾ ਕੇ ਉਹ ਉਥੋਂ ਮਦਦ ਮੰਗਦਾ ਹੈ, ਚਾਹ ਪਾਣੀ ਪਿਲਾਈ ਜਾਂਦੀ ਹੈ। ਇੱਕ ਆਮ ਡਿਵੋਟੀ ਦੀ ਤਰੀਕੇ ਨਾਲ ਉਹਨੂੰ ਪਰਿਵਾਰ ਉਹਨੂੰ ਡੀਲ ਕਰਦਾ ਹੈ, ਪਰ ਨਾਲ ਦੇ ਨਾਲ ਉਹ ਮੋਟਰਸਾਈਕਲ ਦੀ ਮੰਗ ਵੀ ਕਰਦਾ ਹੈ। ਗ੍ਰੰਥੀ ਦਾ ਨਾਂ ਹੈਗਾ ਸੁਖਵਿੰਦਰ ਸਿੰਘ, ਜਿਹੜਾ ਇਹ ਕਹਿੰਦਾ ਕਿ ਉਸ ਟਾਈਮ ਮੈਂ ਉੱਥੇ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਵਿੱਚ ਬਹੁਤ ਸਾਰੇ ਡਿਵੋਟੀਜ਼ ਨਹੀਂ ਆਉਂਦੇ ਤੇ ਮੈਂ ਇੱਕ ਪਾਰਟ ਟਾਈਮ ਬਿਜ਼ਨਸ ਕਰਦਾ ਡੀਜੇ ਦਾ, ਤੇ ਮੈਂ ਆਪਣੇ ਡੀਜੇ ਵਾਲੇ ਬਿਜ਼ਨਸ ਦੇ ਕਰਕੇ ਬਿਜ਼ੀ ਸੀਗਾ। ਮੇਰੇ ਮੁੰਡੇ ਨੇ ਜਦ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਔਰ ਅੰਮ੍ਰਿਤਪਾਲ ਦੀ ਉਸ ਮੋਟਰਸਾਈਕਲ ਦੀ ਮੰਗ ਕਰਨ ਵਾਸਤੇ, ਤੇ ਉਹਨੂੰ ਗਨ ਦਿਖਾ ਕੇ ਚੁੱਪ ਕਰਾਇਆ ਗਿਆ। ਇਹ ਆਪਣੇ ਬਿਆਨ ਦੇ ਵਿੱਚ ਸੁਖਵਿੰਦਰ ਸਿੰਘ ਨੇ ਕਿਹਾ ਹੈ। ਏਦਾਂ ਦੇ ਹੀ ਬਿਆਨ ਰਣਜੀਤ ਸਿੰਘ ਦੇ ਵੀ ਸੀਗੇ, ਜਿਹੜਾ ਨੰਗਲ ਅੰਬੀਆ ਦਾ ਗੁਰਦੁਆਰੇ ਦਾ ਗ੍ਰੰਥੀ ਸੀਗਾ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਪਹਿਲੇ ਆਪਣੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਸੇ ਵੀ ਨਹੀਂ ਜਗ੍ਹਾ ਨਹੀਂ ਕਿਹਾ ਕਿ ਉਹਨੂੰ ਕੋਈ ਗਨ ਦਿਖਾਈ ਗਈ ਸੀ, ਪਰ ਬਾਅਦ ਚੋਂ ਪੁਲਿਸ ਨੇ ਉਹਦੀ ਹੀ ਸਟੇਟਮੈਂਟ ਦੇ ਉੱਤੇ ਆਧਾਰ ਦੇ ਉੱਤੇ ਇੱਕ ਕੇਸ ਦਰਜ ਕੀਤਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਮੈਨੂੰ ਗਨ ਦਿਖਾ ਕੇ ਕੱਪੜੇ ਮੰਗੇ ਗਏ ਔਰ ਅਲਮਾਰੀ ਦੇ ਵਿੱਚੋਂ ਆਪਣੇ ਆਪ ਉਹਨਾਂ ਨੇ ਕੱਪੜੇ ਲਿੱਤੇ ਔਰ ਉਹਦਾ ਫੋਨ ਵੀ ਯੂਜ਼ ਕੀਤਾ ਗਿਆ। ਯਾਨੀ 8 ਤੋਂ ਵੱਧ ਕੇਸ ਹੁਣ ਤੱਕ ਅੰਮ੍ਰਿਤਪਾਲ ਦੇ ਭੱਜੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਤੇ ਉਹਦੇ ਸਮਰਥਕਾਂ ਦੇ ਖਿਲਾਫ ਰਜਿਸਟਰਡ ਹੋ ਚੁੱਕੇ ਨੇ। ਪਰ ਉਹਨਾਂ ਸਾਰੇ ਕੇਸਿਸ ਦੇ ਵਿੱਚ ਇਹ ਸਾਰੇ ਕੇਸਿਸ ਸਟੇਟਮੈਂਟ ਦੇ ਬੇਸਡ ਹੈ। ਉਹ ਰੇੜੀ ਵਾਲਾ ਵੀ ਆ ਗਿਆ, ਜੁਗਾੜ ਰੇੜੀ ਵਾਲਾ, ਉਹ ਕਹਿੰਦਾ ਜੀ ਇਹਨਾਂ ਦੀ ਮੋਟਰਸਾਈਕਲ ਪੰਚਰ ਜੀ ਹੋਈ ਸੀ ਤੇ ਮੈਨੂੰ ਕਿਹਾ ਗਿਆ 100 ਰੁਪਏ ਦੇ ਕੇ ਕਿ ਪੰਚਰ ਦੀ ਦੁਕਾਨ ਤੇ ਛੱਡ ਦੋ, ਤੇ ਉਸ ਪੰਚਰ ਦੀ ਦੁਕਾਨ ਦੇ ਉੱਤੇ ਮੈਂ ਉਹਨਾਂ ਨੂੰ ਛੱਡਤਾ ਸੀਗਾ। ਉਸ ਰੇੜੀ ਵਾਲੀ ਫੋਟੋ ਦੇ ਉੱਤੇ ਵੀ ਕੁਝ ਅਕਾਲੀ ਆਗੂਆਂ ਨੇ ਸਵਾਲ ਉਠਾਏ ਨੇ। ਉਹ ਕਹਿੰਦੇ ਨੇ ਜਿਹੜੀ ਕਣਕ ਉੱਗੀ ਹੈ ਖੇਤਾਂ ਦੇ ਵਿੱਚ, ਇਹ ਇੰਨੀ ਕੁ ਹਰੀ ਕਣਕ ਦੇ ਜਨਵਰੀ ਦੇ ਮਹੀਨੇ ਦੇ ਵਿੱਚ ਹੁੰਦੀ ਹੈ। ਇਹ ਅਪ੍ਰੈਲ ਦੇ ਵਿੱਚ ਕਣਕ, ਹੁਣ ਤੁਸੀਂ ਮਾਰਚ ਐਂਡ ਆ ਗਿਆ, ਇਸ ਟਾਈਮ ਤੇ ਕਣਕ ਪੀਲੀ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ, ਪੱਕਣੀ ਸ਼ੁਰੂ ਹੋ ਜਾਂਦੀ ਹੈ। ਪਰ ਇਹਨਾਂ ਥਿਉਰੀ ਦੇ ਉੱਤੇ ਕਈ ਚੀਜ਼ਾਂ ਅੱਗੇ ਚੱਲ ਰਹੀ ਹੈ। ਔਰ ਉਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਲਾਡੋਵਾਲ ਤੋਂ ਇੱਕ ਪੁਲ ਦਾ ਯੂਜ਼ ਕੀਤਾ ਜਿਹੜਾ ਕਾਫੀ ਟਾਈਮ ਤੋਂ ਬੰਦ ਪਿਆ ਸੀ। ਤੁਹਾਨੂੰ ਯਾਦ ਹੋਏਗਾ, ਜੇ ਤੁਸੀਂ ਜਲੰਧਰ ਤੋਂ ਲੁਧਿਆਣਾ ਵੱਲ ਜਾਓ ਤੇ ਮੇਨ ਜਿਹੜਾ ਨੈਸ਼ਨਲ ਹਾਈਵੇ ਦਾ ਟੋਲ ਪਲਾਜ਼ਾ ਹੈ ਉਹਨੂੰ ਤੁਸੀਂ ਬਾਈਪਾਸ ਕਰਨਾ ਚਾਹੋ ਤੇ ਉਹ ਪੁਰਾਣੇ ਪੁਲ ਤੋਂ ਤੁਸੀਂ ਜਾ ਸਕਦੇ ਹੋ। ਪੁਲਿਸ ਨੂੰ ਵੀ ਇਸ ਗੱਲ ਦਾ ਪਤਾ ਹੋਏਗਾ। ਔਰ ਪੁਲਿਸ ਨੇ ਜਦ ਇਹ ਨਾਕੇ ਲਾਏ ਹੋਏ ਸੀ ਤੇ ਕਿਉਂ ਨਹੀਂ ਉਸ ਪੁਰਾਣੇ ਪੁਲ ਦੇ ਉੱਤੇ ਇੱਕ ਵੀ ਕੋਈ ਹਵਲਦਾਰ ਜਾਂ ਪੁਲਿਸ ਵਾਲਾ ਕਿਉਂ ਨਹੀਂ ਖੜਾ ਕੀਤਾ? ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਅੰਮ੍ਰਿਤਪਾਲ ਨੇ ਉਸ ਪੁਲ ਦਾ ਹੀ ਯੂਜ਼ ਕੀਤਾ ਔਰ ਉਹਨੂੰ ਚੰਗੀ ਤਰ੍ਹਾਂ ਪਤਾ ਸੀਗਾ ਕਿ ਉੱਥੇ ਕੋਈ ਵੀ ਨਫਰੀ ਤੈਨਾਤ ਨਹੀਂ ਹੈ। ਹੁਣ ਇਹ ਵੀ ਇੱਕ ਸਵਾਲ ਤੇ ਉੱਠਦਾ ਹੈ, ਅੱਗੇ ਚੱਲ ਕੇ ਸ਼ੇਰਪੁਰ ਚੌਂਕ ਤੋਂ ਬੱਸ ਵਿੱਚ ਬੈਠ ਕੇ ਅਗਰ ਉਹ ਕੁਰੂਕਸ਼ੇਤਰ ਗਿਆ ਔਰ ਬੱਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਚੈਕਿੰਗ ਨਹੀਂ ਹੋਈ ਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਪੂਰੇ ਬਾਰਡਰ ਸੀਲ ਕਰਤੇ? ਪੁਲਿਸ ਦੀ ਥਿਉਰੀ ਦੇ ਵਿੱਚ ਕਾਫੀ ਲੂਪ ਹੋਲਸ ਹੈ, ਪਰ ਇੱਕ ਵੱਡੀ ਵਜ੍ਹਾ ਕਿਉਂਕਿ ਅੰਮ੍ਰਿਤਪਾਲ ਦਾ ਹੁਣ ਤੱਕ ਮਹਾਰਾਸ਼ਟਰ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਉੱਤਰ ਪ੍ਰਦੇਸ਼ ਚਲੇ ਜਾਣ ਦੀ ਗੱਲਾਂ ਤੇ ਹੋ ਰਹੀ ਹੈ। ਉਸ ਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਹੁਣ ਤੱਕ ਤੇ ਉਹ ਨੇਪਾਲ ਵੀ ਪਹੁੰਚ ਚੁੱਕਿਆ ਹੋਏਗਾ। ਇਹਨਾਂ ਸੂਬਿਆਂ ਦੇ ਵਿੱਚ ਨਫਰੀ ਵਧਾ ਦਿੱਤੀ ਗਈ ਹੈ। ਡਿਬਰੂਗੜ੍ਹ ਜੇਲ੍ਹ, ਜਿੱਥੇ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਭੇਜਿਆ ਗਿਆ, ਉੱਥੇ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ। ਹੁਣ ਅੱਗੇ ਚੱਲ ਕੇ ਇਹ ਜਿਹੜੀ ਚੋਰ ਪੁਲਿਸ ਦਾ ਗੇਮ ਜਾਂ ਚੇਜ਼ਿੰਗ ਗੇਮ ਕਿੱਥੇ ਜਾ ਕੇ ਖਤਮ ਹੁੰਦਾ ਹੈ, ਉਹਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਵੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਅੱਗੇ ਚੱਲ ਕੇ ਜੇ ਸਿਰਫ ਅਸੀਂ ਫੁੱਟ ਸਟੈਪਸ ਨੂੰ ਫੋਲੋ ਕਰੀਏ, ਉਹਦੀ ਬਜਾਏ ਜੇ ਪੁਲਿਸ
ਅੰਮ੍ਰਿਤਪਾਲ ਤੋਂ ਅੱਗੇ ਨਜ਼ਰ ਆਏ ਤੇ ਉਹ ਆਪਣੇ ਆਪ ਵਿੱਚ ਇੱਕ ਚੈਲੰਜ ਹੈਗਾ ਪੁਲਿਸ ਵਾਸਤੇ। 18 ਤਰੀਕ ਨੂੰ ਜਦੋਂ ਇਹ ਆਪਰੇਸ਼ਨ ਵਿਉਂਤਿਆ ਗਿਆ ਹੋਊਗਾ, ਉਦੋਂ ਤੱਕ ਦੁਪਹਿਰ ਤੱਕ ਲੋਕ ਇਹ ਅੰਦਾਜ਼ੇ ਲਾਉਂਦੇ ਰਹੇ, ਰਾਤ ਤੱਕ ਵੀ, ਕਿ ਹੋ ਹੀ ਨਹੀਂ ਸਕਦਾ ਕਿ ਕੋਈ ਇੱਕ ਵਿਅਕਤੀ ਇੱਥੋਂ ਨਿਕਲ ਜਾਵੇ ਇੰਨੇ ਘੇਰੇ ਚੋਂ, ਜਦੋਂ ਕਿ 8 ਜ਼ਿਲ੍ਹਿਆਂ ਦੀ ਫੋਰਸ ਦਾ ਰੌਲਾ ਪਿਆ ਔਰ 1000 ਤੋਂ ਵੱਧ ਪੁਲਿਸ ਕਰਮੀ ਉਸ ਕਾਫਲੇ ਦੇ ਪਿੱਛੇ ਸੀਗੇ। ਇਸ ਤੋਂ ਬਾਅਦ ਜੇਕਰ ਲੋਕਾਂ ਦੀ ਥਿਊਰੀ ਨੂੰ ਰੱਦ ਕਰ ਦਈਏ ਤੇ ਪੁਲਿਸ ਦੀ ਥਿਊਰੀ ਨੂੰ ਹੀ ਧਿਆਨ 'ਚ ਰੱਖੀਏ ਕਿ ਉਹ ਨਿਕਲ ਗਿਆ, ਉਹ ਹੱਥ ਨਹੀਂ ਆਇਆ, ਬਾਕੀ ਬਹੁਤੇ ਲੋਕ ਹੱਥ ਆ ਗਏ ਪੁਲਿਸ ਤੇ, ਅੰਮ੍ਰਿਤਪਾਲ ਤੇ ਇੱਕ ਅੱਧ ਲੋਕ ਨਿਕਲ ਗਏ, ਤੇ ਫਿਰ ਪੁਲਿਸ ਨੂੰ ਤਾਂ ਤੁਰੰਤ ਹਰ ਐਂਗਲ ਤੋਂ ਪੂਰਾ ਪੰਜਾਬ ਚੱਪੇ ਚੱਪੇ ਤੇ ਆਪਣੀ ਸਾਰੀ ਫੋਰਸ ਲਾ ਦੇਣੀ ਚਾਹੀਦੀ ਸੀ, ਹਰ ਥਾਣੇ, ਹਰ ਰੋਡ ਤੇ। ਮੇਰਾ ਖਿਆਲ ਹੈ ਕਿ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਰਿਸਕ ਕਦੇ ਵੀ ਨਹੀਂ ਲਿਆ ਜਾਂਦਾ। ਉਹ ਇੰਨਾ ਈਜ਼ੀਲੀ ਉਹਨਾਂ ਘੇਰਿਆਂ ਚੋਂ ਨਿਕਲਦਾ, ਉਸ ਏਰੀਏ ਚੋਂ ਨਿਕਲਦਾ, ਫਿਰ ਪੰਜਾਬ ਚੋਂ ਨਿਕਲਦਾ। ਪੰਜਾਬ ਦੇ ਵਿੱਚੋਂ ਨਿਕਲ ਕੇ ਵੀ ਜਦੋਂ ਉਹ ਸ਼ਾਹਬਾਦ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਸਕੂਟਰੀ ਵਾਪਸ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਦੇ ਕੋਲ ਖੜੀ ਕਰਨ ਦੀ ਗੱਲ ਆ ਰਹੀ ਆ। ਦੈਨਿਕ ਭਾਸਕਰ ਰਿਪੋਰਟ ਕਰ ਰਿਹਾ ਇਹਨੂੰ। ਦੈਨਿਕ ਭਾਸਕਰ ਇਹ ਵੀ ਰਿਪੋਰਟ ਕਰ ਰਿਹਾ ਕਿ ਅੰਮ੍ਰਿਤਪਾਲ ਜਦੋਂ ਉੱਥੇ ਜਾਂਦਾ ਹੈ ਸ਼ਾਹਬਾਦ, ਉਸ ਲੜਕੀ ਦੇ ਘਰ, ਹਰਜਿੰਦਰ ਸਿੰਘ ਦੇ ਘਰ, ਤੇ ਉਦੋਂ ਉਹਨੇ ਮਾਸਕ ਲਾਇਆ ਸੀ, ਲੇਕਿਨ ਜਦੋਂ ਉਹ ਰੋਟੀ ਖਾਣ ਲਈ ਮਾਸਕ ਉਤਾਰਦਾ ਹੈ ਤਾਂ ਜਿਹੜਾ ਉਸ ਲੜਕੀ ਦਾ ਭਰਾ ਹਰਜਿੰਦਰ ਸਿੰਘ ਹੈ ਉਹ ਉਹਨੂੰ ਪਛਾਣਦਾ ਹੈ ਤੇ ਉਹੀ ਅਗਲੇ ਦਿਨ ਉਹਦੇ ਜਾਣ ਤੋਂ ਬਾਅਦ ਪੁਲਿਸ ਨੂੰ ਇਹਦੀ ਰਿਪੋਰਟ ਕਰਦਾ ਹੈ। ਮੁੱਢਲੇ ਤੌਰ ਤੇ ਹਰਜਿੰਦਰ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਫ੍ਰੀ ਕਰ ਦੇਣ ਜਾਂ ਛੱਡ ਦੇਣ ਦੀ ਗੱਲ ਤਾਂ ਆ ਰਹੀ ਆ। ਲੜਕੀ ਬਲਜੀਤ ਕੌਰ ਪੁਲਿਸ ਦੀ ਹਿਰਾਸਤ ਵਿੱਚ ਹੈ, ਜਿਵੇਂ ਸੁਖਚੈਨ ਸਿੰਘ ਗਿੱਲ ਨੇ ਕਿਹਾ। ਪਰ ਇਹਨਾਂ ਸਾਰੇ ਮਾਮਲਿਆਂ 'ਚ ਇੱਕ ਸਮਾਨਤਾ ਹੈ, ਪੁਲਿਸ ਹਰੇਕ ਮਾਮਲੇ 'ਚ ਕੇਸ ਰਜਿਸਟਰਡ ਇੱਕੋ ਤਰ੍ਹਾਂ ਕਰ ਰਹੀ ਹੈ ਕਿ ਗਨ ਪੁਆਇੰਟ ਤੇ ਹਰ ਹਰਕਤ ਹੋਈ, ਕੇਸ ਅੰਮ੍ਰਿਤਪਾਲ ਦੇ ਖਿਲਾਫ ਤਾਂ ਮਜ਼ਬੂਤ ਬਣ ਰਹੇ ਆ, ਪਰ ਇਹ ਥਿਉਰੀ ਉਨੀ ਕਾਰਗਰ ਸਾਬਤ ਨਹੀਂ ਹੁੰਦੀ ਲੋਕ ਨਜ਼ਰ 'ਚ, ਕਿਉਂਕਿ ਜੇਕਰ ਕਿਸੇ ਵਿਅਕਤੀ ਨੂੰ ਬੰਧਕ ਬਣਾਇਆ ਜਾਂਦਾ ਹੈ ਉਹ ਕਿਸੇ ਨਾ ਕਿਸੇ ਰੂਪ 'ਚ ਪੁਲਿਸ ਤੱਕ ਉਸੇ ਵੇਲੇ ਪਹੁੰਚਦਾ। ਹੁਣ ਤੱਕ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਹੈ ਜਾਂ ਗਨ ਪੁਆਇੰਟ ਤੇ ਮਦਦ ਲਈ ਗਈ ਹੈ ਉਹਨਾਂ ਨੇ ਕਿਸੇ ਨੇ ਇਨ ਟਾਈਮ ਪੁਲਿਸ ਨੂੰ ਕਿਉਂ ਨਹੀਂ ਦੱਸਿਆ? ਇਹ 1 ਦਿਨ 2 ਦਿਨ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਕਿਉਂ ਆ ਰਹੀਆਂ? ਇਹ ਸਵਾਲ ਲਗਭਗ ਖੜੇ ਨੇ। ਆਪਾਂ ਇਸ ਗੱਲ ਨੂੰ ਹੁਣ ਇੱਥੇ ਵਿਰਾਮ ਦੇ ਦਿੰਦੇ ਹਾਂ। ਜੇ ਇੰਦਰਪ੍ਰੀਤ ਜੀ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਕੁਝ ਕਹਿਣਾ ਚਾਹੋਗੇ? ਵੈਸੇ ਇੱਕ ਬਹੁਤ ਬਿਹਤਰ ਪੁਲਿਸ ਨੇ ਕੱਲ ਕਦਮ ਲਿਆ ਕਿ ਲਗਭਗ 177 ਵਿਅਕਤੀ ਜਿਹੜੇ ਮੁੱਢਲੀ ਪੁੱਛਗਿੱਛ ਲਈ ਸੱਦੇ, ਜਿਨ੍ਹਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਫ੍ਰੀ ਕੀਤਾ ਜਾ ਰਿਹਾ, ਇਹ ਸਮਾਜ ਵਿੱਚ ਇੱਕ ਚੰਗਾ ਮੈਸੇਜ ਆ। ਮੈਨੂੰ ਲੱਗਦਾ ਹੈ ਕਿ ਪੁਲਿਸ ਦਾ ਪੁਰਾਣਾ ਚਿਹਰਾ ਖਾੜਕੂਵਾਦ ਵੇਲੇ ਜਿਸ ਤਰੀਕੇ ਨਾਲ 2 ਧਿਰੀ ਲੜਾਈ ਹੋ ਰਹੀ ਸੀ, ਉਦਾਂ ਦਾ ਚਿਹਰਾ ਦੁਬਾਰਾ ਨਜ਼ਰ ਨਹੀਂ ਆਉਣਾ ਚਾਹੀਦਾ। ਸਮਾਂ ਬਦਲ ਚੁੱਕਿਆ। ਪੁਲਿਸ ਨੂੰ ਸਹਾਇਕ ਵਜੋਂ, ਲੋਕਾਂ ਦੇ ਨਾਲ ਚੱਲਣ ਵਾਲੀ ਫੋਰਸ ਵਜੋਂ ਐਸਟੈਬਲਿਸ਼ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਵੀ, ਔਰ ਲੋਕਾਂ ਦੇ ਵਿੱਚ ਜਿਹੜਾ ਪੁਲਿਸ ਨੂੰ ਲੈ ਕੇ ਇੱਕ ਚਿਹਰਾ ਮੋਹਰਾ ਖਰਾਬ ਬਣਦਾ ਹੈ, ਉਹਦੇ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਹਾਲਾਂਕਿ ਸਾਰੇ ਫੈਸਲੇ ਇਹ ਸਿਆਸੀ ਹੁੰਦੇ ਆ, ਪੁਲਿਸ ਸਿਰਫ ਹਰਕਤ ਚਾਹੁੰਦੀ ਆ, ਔਰ ਪੁਲਿਸ ਕੋਲ ਜਦੋਂ ਬਹੁਤ ਅਖਤਿਆਰਾਤ ਆ ਜਾਂਦੇ ਆ ਤਾਂ ਫਿਰ ਉਹ ਮਨਮਾਨੀ ਵੀ ਕਰਦੀ ਆ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਪੁਲਿਸ ਅਫਸਰ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ, ਲੇਕਿਨ ਉਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਵਾਲੇ ਉਸ ਸੱਤਾ ਦਾ ਦੁਰਵਰਤੋਂ ਕਰਦੇ ਆ, ਤੇ ਫਿਰ ਸਮਾਜ ਦੇ ਵਿੱਚ ਕੁਝ ਐਸੇ ਅਨਸਰ ਵੀ ਪੈਦਾ ਹੁੰਦੇ ਪੁਲਿਸ ਦੇ ਡਰ ਤੋਂ, ਜਿਹੜੇ ਬਾਅਦ ਦੇ ਵਿੱਚ ਬਹੁਤ ਮਹਿੰਗੇ ਪੈਂਦੇ ਆ। ਸੁਸਾਇਟੀ ਅਪਸੈਟ ਹੋ ਕੇ ਰਹਿ ਜਾਂਦੀ ਆ, ਸੁਸਾਇਟੀ ਦੇ ਵਿੱਚ ਕਾਫੀ ਕੁਝ ਅਲੱਗ ਥਲੱਗ ਹੋ ਜਾਂਦਾ। ਸੋ ਇੰਦਰਪ੍ਰੀਤ ਜੀ ਆਖਰੀ ਟਿੱਪਣੀ ਦਿਓ, ਫਿਰ ਮੈਂ ਤੁਹਾਡੇ ਕੋਲੋਂ ਰਾਹੁਲ ਗਾਂਧੀ ਵਾਲੀ ਜਿਹੜੀ ਰਿਪੋਰਟ ਹੈ ਮੈਂ ਚਾਹੂੰਗਾ ਅਸੀਂ ਤੁਹਾਡੇ ਤੋਂ ਉਹ ਸੁਣ ਸਕੀਏ। ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ। ਮੈਨੂੰ ਲੱਗਦਾ ਕਿ ਇਹ ਜਿਹੜਾ ਪੁਲਿਸ ਨੇ ਜਿਹੜੇ 177 ਬੰਦਿਆਂ ਨੂੰ ਛੱਡਣ ਦੀ ਗੱਲ ਵੀ ਕੀਤੀ ਹੈਗੀ ਹੈ, ਹੋ ਸਕਦਾ ਹੈ ਕਿ ਇਹ ਪੋਲੀਟੀਕਲ ਪ੍ਰੈਸ਼ਰ ਵੀ ਹੋਵੇ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ, ਅਕਾਲੀ ਦਲ, ਐਸਜੀਪੀਸੀ ਸਾਰੇ ਤਕਰੀਬਨ ਇਸ ਗੱਲ ਦੇ ਉੱਤੇ ਤਾਂ ਇੱਕ ਮਤ ਹੀ ਨੇ ਕਿ ਜੀ ਜਿਹੜੇ ਯੁਵਾ ਨੇ ਉਹਨਾਂ ਨੂੰ ਤੰਗ ਨਾ ਕਰੋ, ਨਜਾਇਜ਼ ਨਾ ਪਾਓ, ਸਭ ਤੇ ਐਨਐਸਏ ਟਾਈਪ ਲਗਾ ਦਿਓ, ਇਹ ਵੀ ਠੀਕ ਹੀ ਗੱਲ ਨਹੀਂ। ਤੇ ਉਹ ਉਸ ਪ੍ਰੈਸ਼ਰ 'ਚ ਵੀ ਹੋ ਸਕਦਾ ਗਵਰਨਮੈਂਟ ਨੇ ਇਹ ਕਿਹਾ ਹੋਵੇ ਕਿ ਜਿਹੜੇ ਨਿਰਦੋਸ਼ ਨੇ ਘੱਟੋ ਘੱਟ ਉਹਨਾਂ ਨੂੰ ਛੋੜ ਦਿਓ, ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ। ਬਹੁਤ ਸਾਰੇ ਏਦਾਂ ਦੇ ਪਕੜੇ ਜਾਂਦੇ ਨੇ, ਕਿਸੇ ਨੇ ਕੋਈ ਕੜੇ ਪਾਏ ਹੋਏ ਨੇ, ਕਿਸੇ ਮੈਂ ਕੱਲ ਇਧਰੋਂ ਆ ਰਿਹਾ ਸੀ ਫਤਿਹਗੜ੍ਹ ਸਾਹਿਬ ਸਾਈਡ ਤੋਂ, ਤਾਂ ਬਹੁਤ ਥਾਵਾਂ ਤੇ ਨਾਕੇ ਲੱਗੇ ਹੋਏ ਨੇ, ਤੇ ਉਹਦੇ ਵਿੱਚ ਜਿਨ੍ਹਾਂ ਗੱਡੀਆਂ ਨੂੰ ਰੋਕਿਆ ਜਾ ਰਿਹਾ, ਉਹ ਗੱਡੀਆਂ ਨੂੰ ਰੋਕਿਆ ਜਾ ਰਿਹਾ ਜਿਨ੍ਹਾਂ ਗੱਡੀਆਂ ਦੇ ਪਿੱਛੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲੱਗੇ ਨੇ, ਜਾਂ ਤਾਂ ਪੁਲਿਸ ਉਹਨੂੰ ਸਾਈਡ ਤੇ ਉਤਾਰ ਕੇ ਉਹ ਫਿਰ ਜਿਹੜਾ ਪੋਸਟਰ ਹੈ ਉਹ ਤੋਂ ਉਤਰਵਾ ਦਿੰਦੀ, ਉਹਨੂੰ ਕਹਿ ਦਿੰਦੇ ਕਿ ਉਤਾਰ ਦਿਓ, ਤੁਹਾਨੂੰ ਪ੍ਰੋਬਲਮ ਹੋਏਗੀ। ਮਤਲਬ ਇਸ ਤਰੀਕੇ ਨਾਲ ਹੀ ਕਿਹਾ ਜਾ ਰਿਹਾ, ਐ ਨਹੀਂ ਉਹਨੂੰ ਤੰਗ ਕਰ ਰਹੇ ਕਿ ਤੂੰ ਲਗਾਇਆ ਕਿਉਂ ਹੈ, ਐ ਕਹਿ ਰਿਹਾ ਵੀ ਤੁਸੀਂ ਉਤਾਰ ਦਿਓ ਨਹੀਂ ਤਾਂ ਤੁਸੀਂ ਵੀ ਪ੍ਰੋਬਲਮ 'ਚ ਆ ਜਾਓਗੇ, ਤੇ ਉਹ ਫਿਰ ਆਰਾਮ ਨਾਲ ਉਤਾਰ ਦਿੰਦੇ ਆ ਤੇ ਅੱਗੇ ਨਿਕਲ ਜਾਂਦੇ ਆ। ਤੰਗ ਕਿਸੇ ਨੂੰ ਨਹੀਂ ਕੀਤਾ ਜਾ ਰਿਹਾ ਫਿਲਹਾਲ। ਇਹ
ਇੱਕ ਚੰਗੀ ਉਹ ਗੱਲ ਹੈ, ਜਿਹੜਾ ਕਿ ਪਹਿਲਾਂ ਵਾਲੇ ਜਿਹੜਾ ਦੌਰ ਸੀ ਉਹਦੇ 'ਚ ਇਹ ਨਹੀਂ ਸੀਗਾ। ਇਸ 'ਚ ਥੋੜਾ ਜਿਹਾ ਫਰਕ ਹੈਗਾ। ਨਹੀਂ, ਪਰ ਇਹਦੇ ਵਿੱਚ ਇੱਕ ਸਵਾਲ ਇੰਦਰਪ੍ਰੀਤ ਜੀ ਖੜਾ ਹੈ ਕਿ ਜੇਕਰ ਭਿੰਡਰਾਂਵਾਲੇ ਦੀ ਫੋਟੋ ਤੇ ਕੋਈ ਪਾਬੰਦੀ ਨਹੀਂ ਤਾਂ ਪੁਲਿਸ ਇਹਨੂੰ ਵੀ ਕਿਉਂ ਉਤਰਵਾ ਰਹੀ ਹੈ? ਕਿਉਂ ਲੋਕਾਂ ਦੇ ਮਨ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਨਾ, ਉਹਦੇ ਵਿੱਚ ਇਹਨਾਂ ਨੂੰ ਹੀ ਪ੍ਰੀਕਾਸ਼ਨਸ ਲੈਣ ਵਾਸਤੇ ਹੀ ਕਿਹਾ ਜਾ ਰਿਹਾ ਹੈ ਕਿ ਐਵੇਂ ਮਤਲਬ ਤੁਸੀਂ ਬੇਵਜ੍ਹਾ ਤੋਂ ਆ ਜਾਓਗੇ। ਹਾਲਾਂਕਿ ਉਹ ਤੁਹਾਡੀ ਗੱਲ ਠੀਕ ਹੈ ਕਿ ਇਹਦੇ ਤੇ ਕੋਈ ਪੁਲਿਸ ਤੇ ਸਰਕਾਰ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਰੋਸ ਕਿਉਂ ਪੈਦਾ ਕੀਤਾ ਜਾ ਰਿਹਾ? ਆਖਰ ਤੁਸੀਂ ਇੱਕ ਟਾਰਗੇਟ ਨੂੰ ਟਾਰਗੇਟ ਕਰ ਰਹੇ ਹੋ, ਤੁਸੀਂ ਕੁਝ ਅਚੀਵ ਕਰਨਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਸੁਸਾਇਟੀ ਦਾ ਇੱਕ ਵੱਡਾ ਹਿੱਸਾ ਆਪਣੇ ਖਿਲਾਫ ਕਿਉਂ ਕਰ ਰਹੇ ਹੋ? ਥੋੜੇ ਸਹਿਜ ਨਾਲ ਚੱਲ ਪਓ। ਹਾਂ, ਨਹੀਂ, ਇਹਦਾ ਦੇਖੋ ਇੱਕ ਪੋਲੀਟੀਕਲ ਉਹ ਹੁੰਦਾ। ਮੈਂ ਜਿਹੜੀ ਪਹਿਲੇ ਦਿਨ ਤੋਂ ਕਹਿ ਰਿਹਾ, ਮੈਂ ਹਜੇ ਵੀ ਉਸ ਗੱਲ ਤੇ ਖੜਾ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਇਹ ਮੇਰੀ ਗੱਲ ਸਹੀ ਸਾਬਿਤ ਹੋਊਗੀ ਕਿ ਨਹੀਂ, ਪਰ ਮੈਨੂੰ ਇਹ ਲੱਗ ਰਿਹਾ ਕਿ 2024 ਦੀ ਇਲੈਕਸ਼ਨਾਂ ਕਰਕੇ ਪੋਲਰਾਈਜੇਸ਼ਨ ਵੱਲ ਅਸੀਂ ਵੱਧ ਰਹੇ ਹਾਂ। ਉਹ ਸਾਨੂੰ ਘੇਰੇਬੰਦੀ 'ਚ ਉਸ ਤਰ੍ਹਾਂ ਲੈ ਕੇ ਆਇਆ ਜਾ ਰਿਹਾ ਹੈ। ਉਹ ਕਿੰਨਾ ਕੁ ਸਫਲ ਹੁੰਦੇ ਇਹ ਬਾਅਦ 'ਚ ਹੋਊਗਾ। ਇਹ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਜੋ ਕਰਦੇ ਹੈਗੇ, ਇਹ ਉਸੇ ਦਾ ਹੀ ਇੱਕ ਮਤਲਬ ਜਿਹੜੇ ਆਪਾਂ ਇੱਕ ਪਲਾਨ ਬਣਾਉਂਦੇ ਹਾਂ, ਪਲਾਨ ਦਾ ਹਿੱਸਾ ਹੀ ਹੋ ਸਕਦੇ ਨੇ। ਸੋ ਜਿਹੜੀ ਤੁਸੀਂ ਗੱਲ ਉਸ ਤੋਂ ਬਾਅਦ ਰਾਹੁਲ ਗਾਂਧੀ ਵਾਲੀ ਕੀਤੀ ਹੈ, ਦੇਖੋ ਇਹ ਬੜਾ ਇੰਪੋਰਟੈਂਟ ਇਸ਼ੂ ਹੈਗਾ ਕੱਲ ਦਾ। ਦੇਖੋ ਸਾਰੇ ਭਰੇ ਪਏ ਅਖਬਾਰ ਵੀ, ਟੈਲੀਵਿਜ਼ਨ ਵੀ ਸਾਰੇ ਇਸ ਤੇ ਕਿ ਰਾਹੁਲ ਗਾਂਧੀ ਨੂੰ 2 ਸਾਲ ਦੀ ਜਿਹੜੀ ਸਜ਼ਾ ਹੋਈ ਹੈ, ਉਹ ਉਸ ਤੇ ਇੱਕ ਤਾਂ ਇਹ ਨੁਕਤਾ ਆ ਰਿਹਾ ਹੈ ਕਿ ਜੀ ਇਹ ਬਿਲਕੁਲ ਠੀਕ ਹੋਇਆ, ਔਰ ਇੱਕ ਆ ਰਿਹਾ ਕਿ ਨਹੀਂ, ਇਹ ਜਿਹੜੇ ਬੰਦੇ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਇਸ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ। ਦੋਨੋਂ ਪਹਿਲੂਆਂ ਤੋਂ ਗੱਲ ਕਰਨੀ ਜ਼ਰੂਰੀ ਹੈ। ਕੋਰਟ ਦੀ ਇੱਕ ਟਿੱਪਣੀ ਅਗਰ ਤੁਸੀਂ ਦੇਖੀ ਹੋਵੇ, ਜਿਸ ਤੇ 2 ਸਾਲ ਦੀ ਸਜ਼ਾ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਇਸ ਕੇਸ 'ਚ ਮੈਕਸਿਮਮ 2 ਸਾਲ ਦੀ ਹੀ ਸਜ਼ਾ ਹੋ ਸਕਦੀ ਸੀ ਤੇ ਅਸੀਂ ਮੈਕਸਿਮਮ ਹੀ ਗਏ ਹਾਂ। ਤੇ ਉਹਦੇ 'ਚ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਇਸ ਲਈ ਵੀ ਹੈ ਕਿ ਲੋਕਾਂ ਦੇ ਵਿੱਚ ਇਹ ਨਾ ਜਾਏ ਕਿ ਅਸੀਂ ਕੋਈ ਵੱਡਾ ਬੰਦਾ ਇਸ ਕਰਕੇ ਛੋੜ ਰਹੇ ਹਾਂ। ਇਹਦਾ ਇੱਕ ਮੈਸੇਜ ਸਹੀ ਜਾਣਾ ਚਾਹੀਦਾ। ਦੇਖੋ, ਮੈਨੂੰ ਰਾਹੁਲ ਗਾਂਧੀ ਦਾ ਇੱਕ ਇਸ਼ੂ ਤਾਂ ਹੈ, ਹੁਣ ਉਹਦੀ ਜਿਹੜੀ ਪਾਰਲੀਮੈਂਟ ਮੈਂਬਰਸ਼ਿਪ ਹੈ ਉਹਦੇ ਤੇ ਵੀ ਸਵਾਲ ਖੜਾ ਹੋ ਗਿਆ। ਲੋਕ ਸਵਾਲ ਕਰ ਰਹੇ ਆ ਕਿ ਬਈ ਉਹ ਰਹੇਗੀ ਕਿ ਨਹੀਂ ਰਹੇਗੀ। ਉਹਨਾਂ ਨੂੰ 30 ਦਿਨ ਦਾ ਟਾਈਮ ਦਿੱਤਾ, ਉਹ ਅਪੀਲ ਕਰਨ ਅੱਗੇ ਜਾ ਕੇ। ਕਾਂਗਰਸ ਦੀ ਜਿਹੜੀ ਕਾਨੂੰਨੀ ਟੀਮ ਹੈ ਉਹ ਪੂਰੀ ਹਰਕਤ 'ਚ ਹੈ ਤੇ ਉਹ ਨੈਚੁਰਲੀ ਉਹ ਕਰਨਗੇ ਹੀ, ਅਪੀਲ ਤਾਂ ਕਰਨਗੇ ਤਾਂ ਕਿ ਉਹ ਮੈਂਬਰਸ਼ਿਪ ਜਿਹੜੀ ਹੈਗੀ ਉਹ ਬਚਾਈ ਜਾ ਸਕੇ। ਪਰ ਇਹਦੇ ਨਾਲ ਇੱਕ ਚੀਜ਼ ਜਿਹੜੀ ਅੱਛੀ ਹੋਈ ਹੈ ਨਾ, ਜੋ ਮੈਨੂੰ ਲੱਗਦਾ ਕਿ ਅੱਛੀ ਹੋਈ ਹੈ, ਉਹ ਇਹ ਹੈ ਕਿ ਕੋਰਟ ਨੇ ਸਾਰੇ ਪੋਲੀਟੀਸ਼ੀਅਨਾਂ ਨੂੰ ਇੱਕ ਉਹ ਜ਼ਰੂਰ ਦਿੱਤਾ ਸਬਕ ਵੀ ਯਾਰ ਤੁਸੀਂ ਕਿਸੇ ਦੇ ਵੀ ਖਿਲਾਫ ਇਸ ਤਰ੍ਹਾਂ ਦੀ ਭਾਸ਼ਾ ਯੂਜ਼ ਨਹੀਂ ਕਰ ਸਕਦੇ। ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੁੰਦੇ ਹੈ, ਜਦੋਂ ਸਟਾਰਟ ਹੁੰਦਾ ਹੈ ਉਹ ਤਾਂ ਬਿਲਕੁਲ ਇਸ਼ੂਜ਼ ਬੇਸਡ ਸਟਾਰਟ ਹੁੰਦਾ ਹੈ ਕਿ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਫ੍ਰੀ ਬਿਜਲੀ ਦੇਵਾਂਗੇ, ਇਸ ਤਰ੍ਹਾਂ ਦੀ। ਲੇਕਿਨ ਹੌਲੀ ਹੌਲੀ ਜਿਉਂ-ਜਿਉਂ ਸਿਰੇ ਉੱਪਰ ਚੜ੍ਹਦਾ ਰਹਿੰਦਾ ਹੈ, ਕਲੋਜ਼ ਆਉਂਦੇ ਰਹਿੰਦੇ ਆ ਇਲੈਕਸ਼ਨਾਂ ਦੇ, ਤਿਉਂ ਭਾਸ਼ਾ ਇੰਨੀ ਕੁਰਖਤ ਹੋ ਜਾਂਦੀ ਹੈ ਇੱਕ ਦੂਜੇ ਦੇ ਖਿਲਾਫ। ਕੋਈ ਕਿਸੇ ਨੂੰ ਬਲੂੰਗੜਾ ਕਹਿ ਰਿਹਾ ਹੈ, ਕੋਈ ਕਿਸੇ ਦੇ ਪਜਾਮੀਆਂ 'ਚ ਚੂਹੇ ਛੱਡ ਰਿਹਾ ਹੈ, ਕੋਈ ਕੁਝ ਹੋਰ। ਮਤਲਬ ਇਹ ਜਿਹੜਾ ਇਸ ਤਰ੍ਹਾਂ ਦੀ ਭਾਸ਼ਾ ਹੈ ਕਿਸੇ ਵੀ ਵਿਅਕਤੀ ਦੇ ਪ੍ਰਤੀ, ਮੈਨੂੰ ਲੱਗਦਾ ਕਿ ਉਹ ਘੱਟੋ ਘੱਟ ਐਡੇ ਵੱਡੇ ਪੋਲੀਟੀਸ਼ੀਅਨਾਂ ਨੂੰ ਸ਼ੋਭਾ ਹੀ ਨਹੀਂ ਦਿੰਦੀ। ਜਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਾਣ ਕੇ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੁੰਦਾ ਤਾਂ ਕਿ ਅਸੀਂ ਅਸਲ ਮੁੱਦੇ ਜਿਹੜੇ ਲੋਕਾਂ ਦੇ ਹੈਗੇ ਆ, ਜਿਨ੍ਹਾਂ ਦਾ ਸਰੋਕਾਰ ਹੈ, ਲੋਕਾਂ ਦਾ ਸਰੋਕਾਰ ਹੈ ਜਿਨ੍ਹਾਂ ਨਾਲ, ਉਹਨਾਂ ਨੂੰ ਅਸੀਂ ਹਾਸ਼ੀਏ ਤੇ ਕਰ ਦਈਏ ਤੇ ਸਿੱਧੀ ਜਿਹੜੀ ਬਲੇਮ ਗੇਮ ਹੈ ਉਹੀ ਸਟਾਰਟ ਕਰਕੇ ਇਲੈਕਸ਼ਨ ਜਿੱਤ ਲਿਆ ਜਾਏ। ਇਹ ਇਸ ਤਰ੍ਹਾਂ ਹੀ ਵਾਪਰ ਰਿਹਾ। ਔਰ ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਿਹਾ। ਮੈਂ ਕੱਲ ਵਾਲੀ ਖਬਰ ਦੇਖ ਰਿਹਾ। ਕੱਲ ਇੱਕ ਖਬਰ ਨਸ਼ਰ ਹੋਈ ਸੀਗੀ। ਸਾਨੂੰ ਆਪਣੀ ਭਾਸ਼ਾ ਤੇ ਮਰਿਆਦਾ ਤਾਂ ਰੱਖਣੀ ਪਊਗੀ, ਭਾਵੇਂ ਅਸੀਂ ਕੈਮਰਿਆਂ ਤੇ ਬੈਠੇ ਲੋਕ ਹੈ, ਭਾਵੇਂ ਪੋਲੀਟੀਕਲ ਲੋਕ ਹੈ। ਬੋਲਣ ਵਾਲੇ ਦੀ ਇੱਕ ਹੱਦ ਸਰਹੱਦ ਹੈ, ਉਤੋਂ ਅੱਗੇ ਨਹੀਂ ਜਾਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਮੁੱਦਿਆਂ ਦੇ ਉੱਤੇ ਤੁਰਨ ਵਾਲੀ ਹੁਣ ਉਹ ਦੌਰ ਖਤਮ ਹੀ ਲਗਭਗ ਹੋ ਗਿਆ। ਭਾਸਕਰ ਸਾਹਿਬ, ਮੈਂ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਮੇਰੇ ਸਾਹਮਣੇ ਆ ਨਹੀਂ ਰਹੀ ਫਿਲਹਾਲ, ਕੱਲ ਪ੍ਰਕਾਸ਼ਿਤ ਹੋਈ ਸੀਗੀ, ਜਿਹਦੇ ਵਿੱਚ ਲਿਖਿਆ ਗਿਆ ਸੀ ਕਿ dismissed DSP ਸੇਖੋਂ booked for derogatory language against high court judges। ਇਹ ਇੰਡੀਅਨ ਐਕਸਪ੍ਰੈਸ ਦੀ ਖਬਰ ਸੀ। ਕੱਲ ਇੱਕ ਹੋਰ ਕੇਸ ਬਲਵਿੰਦਰ ਸੇਖੋਂ ਦੇ ਖਿਲਾਫ, ਬਰਖਾਸਤ ਡੀਐਸਪੀ ਬਲਵਿੰਦਰ ਸੇਖੋਂ ਦੇ ਖਿਲਾਫ ਲੁਧਿਆਣੇ ਦੇ ਵਿੱਚ ਰਜਿਸਟਰਡ ਹੋਇਆ। ਹਾਲਾਂਕਿ ਉਹ 6 ਮਹੀਨੇ ਦੀ ਸਜ਼ਾ ਭੁਗਤ ਰਹੇ ਆ। ਹਾਈ ਕੋਰਟ ਦੇ ਜੱਜਸ ਦੇ ਖਿਲਾਫ ਟਿੱਪਣੀਆਂ ਕਰਨ ਨੂੰ ਲੈ ਕੇ ਇਹ ਵੀ ਮਾਮਲਾ ਇੱਕ ਹੈਗਾ। ਔਰ ਜਿਹੜਾ ਰਾਹੁਲ ਗਾਂਧੀ ਦਾ ਮਾਮਲਾ, ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਉਹ ਭਾਜਪਾ ਨਾਲ ਵੀ ਜੁੜੇ ਆ, ਦੂਜੀਆਂ ਪਾਰਟੀਆਂ ਨਾਲ ਵੀ ਜੁੜੇ ਆ, ਜੋ ਮੂੰਹ ਚ ਆਇਆ ਬੋਲੀ ਜਾਂਦੇ ਆ। ਔਰ ਇਹਨਾਂ ਨੂੰ ਲੈ ਕੇ, ਕਿਉਂਕਿ ਇਹ ਕਾਂਗਰਸ ਦੇ ਸੁਪਰ ਪ੍ਰਧਾਨ ਦਾ ਮਾਮਲਾ ਹੈ ਔਰ ਇਹਨੇ 24 ਨਿਰਧਾਰਿਤ ਕਰਨੀ ਹੈ, ਇਹਦੇ ਸਿਆਸੀ ਅਰਥ ਵੀ ਹੋਣਗੇ। ਇਹ
ਮਾਮਲਾ ਭਾਰਤ ਜੋੜੋ ਯਾਤਰਾ ਨਾਲ ਵੀ ਉਹ ਜੋੜ ਰਹੀ ਆ ਕਾਂਗਰਸ। ਆਉਂਦੇ ਦਿਨਾਂ ਦੇ ਵਿੱਚ ਇਹਦੇ ਫਾਇਦੇ ਨੁਕਸਾਨ ਦੋਨਾਂ ਪਾਰਟੀਆਂ ਨੇ ਆਂਕ ਵੀ ਲਏ ਹੋਣਗੇ, ਕਿਹਨੂੰ ਹੀਰੋ ਬਣਾਉਣਾ ਹੈ, ਕਿਹਨੂੰ ਸਜ਼ਾ ਲੱਗਣੀ ਹੈ। ਭਾਸਕਰ ਸਾਹਿਬ ਟਿੱਪਣੀ। ਸੂਰਤ ਕੋਰਟ ਦੇ ਇਸ ਆਰਡਰ ਦੇ ਰਿਪਰਕੇਸ਼ਨਸ ਕੀ ਹੋਣਗੇ? ਇੱਕ ਤੇ ਰਿਪਰਕੇਸ਼ਨਸ ਇਹ ਵੀ ਹੋ ਸਕਦੇ ਨੇ ਕਿ ਹੁਣ ਕੋਈ ਵੀ ਰਾਜਨੀਤਿਕ ਆਗੂ ਕਿਸੇ ਵੀ ਆਪਣੇ ਵਿਰੋਧੀ ਦੇ ਖਿਲਾਫ ਕੁਝ ਵੀ ਬੋਲਣ ਵਾਸਤੇ ਸੁਤੰਤਰ ਨਹੀਂ ਹੋਊਗਾ। 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਦੀ ਟੈਗਲਾਈਨ ਕੀ ਸੀ? ਖਾਸ ਕਰਕੇ ਰਾਹੁਲ ਗਾਂਧੀ ਦੀ ਟੈਗਲਾਈਨ ਕੀ ਸੀਗੀ? ਚੌਂਕੀਦਾਰ ਚੋਰ ਹੈ। ਉਹਦੇ ਉੱਤੇ ਤਕਰੀਬਨ ਪੂਰਾ ਕੈਂਪੇਨ ਚਲਾਇਆ, ਪਰ ਸੂਰਤ ਦੇ ਵਿੱਚ ਜਾ ਕੇ ਉਹਨਾਂ ਨੇ ਕੁਝ ਐਦਾਂ ਦਾ ਕਹਿਤਾ ਕਿ ਉਹ ਕਿਸੇ ਨੂੰ ਦਿਲ ਤੇ ਕੋਈ ਦਿਲ ਤੇ ਲੈ ਗਿਆ। ਉਹਨਾਂ ਨੇ ਉੱਥੇ ਇਹ ਕਹਿਤਾ ਵੀ ਇਹ ਸਾਰੇ ਚੋਰਾਂ ਦਾ ਸਰਨੇਮ ਮੋਦੀ ਹੀ ਕਿਉਂ ਹੁੰਦਾ ਹੈ। ਔਰ ਉੱਥੇ ਦੇ ਹੀ ਐਕਸ ਮਿਨਿਸਟਰ ਗੁਜਰਾਤ ਦੇ ਪੁਰਨੇਸ਼ ਮੋਦੀ, ਉਹਨਾਂ ਨੇ ਇਹ ਮਾਨਹਾਨੀ ਦਾ ਕੇਸ ਦਰਜ ਕੀਤਾ ਸੀਗਾ ਕਿ ਤੁਸੀਂ ਮੋਦੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਉਸ ਕੇਸ ਦੀ ਜੱਜਮੈਂਟ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਸੀ। ਸਜ਼ਾ ਤੇ ਹੋ ਗਈ। ਸਜ਼ਾ ਹੋਣ ਤੋਂ ਬਾਅਦ 1 ਮਹੀਨੇ ਦਾ ਰਿਲੀਫ ਪੀਰੀਅਡ ਦਿੱਤਾ ਕਿ ਤੁਸੀਂ ਇਸ ਸਜ਼ਾ ਨੂੰ ਸਸਪੈਂਡ ਕਰਾਉਣ ਵਾਸਤੇ ਜਾਂ ਇਹਦੇ ਉੱਤੇ ਅਪੀਲ ਕਰਨ ਵਾਸਤੇ 1 ਮਹੀਨੇ ਦੇ ਵਾਸਤੇ ਤੁਹਾਡੀ ਸਜ਼ਾ ਨੂੰ ਅਸੀਂ ਸਸਪੈਂਡ ਕਰਦੇ ਹਾਂ, ਪਰ ਜੇ 1 ਮਹੀਨੇ ਦੇ ਵਿੱਚ ਤੁਹਾਨੂੰ ਕੋਈ ਰਿਲੀਫ ਨਹੀਂ ਮਿਲਿਆ ਤੇ ਫਿਰ ਤੁਹਾਡੀ ਸਦੱਸਤਾ ਡਿਸਕੁਆਲੀਫਿਕੇਸ਼ਨ ਦੀ ਜਿਹੜੀ ਪਾਰਲੀਮੈਂਟ ਦੇ ਸਪੀਕਰ ਗੱਲ ਕਰਦੇ ਨੇ, ਗੱਲ ਉਸ ਪਾਸੇ ਤੁਰ ਰਹੀ ਹੈ। ਹੁਣ ਇਹ ਡਿਸਕੁਆਲੀਫਿਕੇਸ਼ਨ ਹੁਣੇ ਹੋ ਸਕਦੀ ਹੈ ਜਾਂ ਫਿਰ 1 ਮਹੀਨੇ ਬਾਅਦ ਜਾਂ ਫਿਰ ਬਾਅਦ ਚੋਂ। ਇਹਦੇ ਉੱਤੇ ਇੱਕ ਸਵਾਲ ਖੜਾ ਹੋ ਗਿਆ। ਹੁਣ 2013 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਰਾਹੁਲ ਗਾਂਧੀ ਉਹਨਾਂ ਨੇ ਇੱਕ ਪ੍ਰਾਈਮ ਮਿਨਿਸਟਰ, ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਇੱਕ ਆਰਡੀਨੈਂਸ ਉਹ ਪਾੜ ਕੇ ਸੁੱਟਤਾ ਸੀਗਾ। ਜੇ ਉਹ ਨਾ ਪਾੜਿਆ ਹੁੰਦਾ ਨਾ ਤੇ ਇਹ ਡਿਸਕੁਆਲੀਫਿਕੇਸ਼ਨ ਦਾ ਖਤਰਾ ਹੁੰਦਾ ਹੀ ਨਹੀਂ। ਕਾਰਨ ਕਿ ਉਸ ਆਰਡੀਨੈਂਸ ਦੇ ਵਿੱਚ ਇਹੀ ਗੱਲ ਸੀਗੀ ਕਿ 2013 ਦੇ ਵਿੱਚ ਇੱਕ MP ਲਿਲੀ ਥੋਮਸ, ਉਹਦੀ ਸਦੱਸਤਾ ਰੱਦ ਕਰ ਦਿੱਤੀ ਗਈ ਸੀ ਜਿਹਦੇ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ। ਔਰ ਉਸ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਕਿਸੇ ਵੀ MP ਜਾਂ MLA ਨੂੰ, ਕਿਉਂਕਿ ਉਹਦੇ ਸੈਂਟੈਂਸ ਹੋਣ ਤੋਂ ਬਾਅਦ ਉਹਦੀ ਸਦੱਸਤਾ ਭੰਗ ਕੀਤੀ ਜਾ ਸਕਦੀ ਹੈ। ਇਹ ਪੀਪਲਸ ਰਿਪਰੈਜ਼ੈਂਟੇਸ਼ਨ ਐਕਟ ਦਾ ਇੱਕ ਹੋਣਾ ਵੀ ਚਾਹੀਦਾ ਹੈ। ਪਰ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਆਰਡੀਨੈਂਸ ਜਾਰੀ ਕਰਕੇ ਉਸ ਕਲੌਜ਼ ਨੂੰ, ਉਸ ਸੁਪਰੀਮ ਕੋਰਟ ਦੇ ਆਰਡਰ ਨੂੰ ਇੱਕ ਤਰੀਕੇ ਨਾਲ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਨਹੀਂ, ਇਹ ਸਦੱਸਤਾ ਰੱਦ ਨਹੀਂ ਹੋਣੀ ਚਾਹੀਦੀ। ਔਰ ਇਹੀ ਅਧਿਆਦੇਸ਼ ਰਾਹੁਲ ਗਾਂਧੀ ਉਹਨਾਂ ਨੇ ਫਾੜਿਆ ਸੀਗਾ। ਜੇ ਨਾ ਫਾੜਿਆ ਹੁੰਦਾ ਤੇ ਅੱਜ ਇਹਨਾਂ ਦੀ ਜਿਹੜੀ ਸਦੱਸਤਾ ਨੂੰ ਕੋਈ ਖਤਰਾ ਨਾ ਹੁੰਦਾ। ਹੁਣ ਲੋਕ ਸਭਾ ਦੇ ਸਪੀਕਰ ਜਲਦੀ 'ਚ ਨੇ। ਅਗਰ ਕੋਈ ਮੈਂਬਰ ਕੰਪਲੇਂਟ ਕਰਦਾ ਹੈ ਉਸ ਸੂਰਤ ਕੋਰਟ ਦੇ ਆਰਡਰ ਦੇ ਨਾਲ, ਤੇ ਰਾਹੁਲ ਗਾਂਧੀ ਉਹਨਾਂ ਦੀ ਸਦੱਸਤਾ ਨੂੰ ਕਦੀ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ। ਇਹ ਕਾਨੂੰਨ ਕਹਿ ਰਿਹਾ ਅੱਜ ਦੀ ਡੇਟ ਵਿੱਚ। ਹੁਣ ਉਸ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਨੇ ਜਾਂ ਫਿਰ ਰਾਹੁਲ ਗਾਂਧੀ ਉਹਨਾਂ ਤੋਂ ਪੰਗੇ ਲੈਣ ਤੋਂ ਕੋਈ ਗੁਰੇਜ਼ ਕਰਨਾ ਚਾਹੁੰਦੇ ਨੇ। ਇਹ ਹੁਣ ਡਿਸਕ੍ਰਿਸ਼ਨ ਲੋਕ ਸਭਾ ਦੇ ਸਪੀਕਰ ਦੀ ਰਹਿ ਗਈ ਹੈ। ਕਾਨੂੰਨੀ ਤੌਰ ਤੇ ਰਾਹੁਲ ਗਾਂਧੀ ਨੂੰ ਡਿਸਕੁਆਲੀਫਾਈ ਕਦੀ ਵੀ ਕੀਤਾ ਜਾ ਸਕਦਾ ਹੈ। ਉਸ ਤੋਂ ਇਲਾਵਾ ਤੁਸੀਂ ਬਲਵਿੰਦਰ ਸਿੰਘ ਸੇਖੋਂ ਉਹਨਾਂ ਦੀ ਗੱਲ ਕੀਤੀ। ਕੱਲ ਇੱਕ ਕੇਸ ਫੇਰ ਦਰਜ ਹੋਇਆ ਬਲਵਿੰਦਰ ਸਿੰਘ ਸੇਖੋਂ ਉਹਨਾਂ ਦੇ ਅਗੇਂਸਟ ਲੁਧਿਆਣਾ ਦੇ ਵਿੱਚ। ਜਦ ਹਾਈ ਕੋਰਟ ਦੇ ਵਿੱਚ ਬਲਵਿੰਦਰ ਸਿੰਘ ਸੇਖੋਂ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਜਾ ਰਹੀ ਸੀ, ਉਸ ਆਰਡਰ ਦੇ ਵਿੱਚ ਹੀ ਜਸਟਿਸ ਸੰਧੇਵਾਲੀਆ ਨੇ ਇੱਕ ਟਿੱਪਣੀ ਕੀਤੀ ਸੀ ਕਿ ਪੁਲਿਸ ਕੀ ਕਰ ਰਹੀ ਸੀ ਜਦ ਲੁਧਿਆਣਾ ਕੋਰਟ ਦੇ ਵਿੱਚ, ਯਾਨੀ ਲੁਧਿਆਣਾ ਕੋਰਟ ਦੀ ਅਪੀਅਰੈਂਸ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੱਲ ਕਰਕੇ ਜੱਜਸ ਦੇ ਖਿਲਾਫ ਮਾਨਹਾਨੀ ਜਾਂ ਡੈਰੋਗੇਟਰੀ ਸ਼ਬਦਾਂ ਦਾ ਯੂਜ਼ ਕਰ ਰਿਹਾ ਸੀ। ਤੇ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਐਕਟਿਵ ਹੋਈ ਔਰ ਉਹਨਾਂ ਨੇ ਪਰਸੋਂ ਕੇਸ ਕੀਤਾ ਸੀਗਾ, ਕੱਲ ਨਸ਼ਰ ਹੋਇਆ ਸੀ। ਤੇ ਇੱਕ ਹੋਰ ਕੇਸ ਹੁਣ ਬਲਵਿੰਦਰ ਸਿੰਘ ਸੇਖੋਂ ਜਿਹੜੇ DSP ਹੁੰਦੇ ਸੀ ਕਦੀ, ਉਹਨਾਂ ਦੇ ਖਿਲਾਫ ਦਰਜ ਹੋ ਗਿਆ। ਹਾਂ, ਇਹਦੇ ਵਿੱਚ ਉਹਨਾਂ ਨੇ ਜਿਹੜੀ FIR ਕੀਤੀ ਆ ਉਹਦੇ ਵਿੱਚ ਸੈਕਸ਼ਨ 153A ਲਾਇਆ ਔਰ 153 ਦੇ ਨਾਲ 505 ਲਾਇਆ, 506 ਲਾਇਆ, 120B ਲਾਇਆ। ਸੋ ਇਹ ਪੁਲਿਸ ਜਿਹੜਾ ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਹੈਗਾ ਉਹ IPC ਦੀ ਧਾਰਾ ਦੇ ਤਹਿਤ ਉੱਥੇ ਹੋਇਆ। ਮੈਨੂੰ ਲੱਗਦਾ ਕਿ ਇਹ ਕਾਫੀ ਮੁਸ਼ਕਲ ਹੋਣ ਵਾਲੀ ਬਲਵਿੰਦਰ ਸੇਖੋਂ ਲਈ। ਮੁੱਦਾ ਉਹਨਾਂ ਦਾ ਠੀਕ ਸੀ, ਲੇਕਿਨ ਮੁੱਦੇ ਨੂੰ ਪੇਸ਼ ਕਰਨ ਦਾ ਤਰੀਕਾਕਾਰ ਠੀਕ ਨਹੀਂ ਸੀ, ਜਿਹਦੇ ਆਧਾਰ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਲੱਗੀ ਹੈ। ਮੈਂ ਇੰਦਰਪ੍ਰੀਤ ਜੀ ਤੁਹਾਡੇ ਕੋਲ 2 ਮਾਮਲੇ ਇਕੱਠੇ ਲੈ ਕੇ ਆ ਰਿਹਾ। ਅਸੀਂ ਹਾਲਾਂਕਿ ਇਹਨੂੰ ਟੱਚ ਕੀਤਾ ਸੀ ਕੱਲ SYL ਨੂੰ, ਸੁਪਰੀਮ ਕੋਰਟ ਦੀ ਇਨੀਸ਼ੀਅਲ ਜਿਹੜੀ ਬਾਹਰ ਆਈ ਸੀ ਇਨਫੋਰਮੇਸ਼ਨ ਸੁਣਵਾਈ ਦੌਰਾਨ, ਉਹਦਾ ਅਸੀਂ ਜ਼ਿਕਰ ਕੀਤਾ ਸੀ। ਹੁਣ ਉਹ ਵਿਸਥਾਰਤ ਉਹ ਆ ਚੁੱਕਿਆ ਸਾਰਾ ਕੁਝ। ਇੱਕ ਤਾਂ ਉਹਦੇ ਨਾਲ ਸਾਂਝ ਪਵਾ ਦਿਓ, ਕਾਫੀ ਲੰਬਾ ਚੌੜਾ ਹੈਗਾ ਔਰ ਬੜੀ ਜਲਦੀ ਇਹਦੇ ਤੇ ਐਫੀਡੇਵਿਟ ਵੀ ਫਾਈਲ ਕਰਨਾ ਪਊਗਾ ਕੇਂਦਰ ਨੂੰ। ਇੱਕ ਤਾਂ ਉਹ ਗੱਲ ਹੈ। ਦੂਜਾ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ 607 ਕਰੋੜ ਦਾ ਫੂਡ ਸਕੈਮ ਨਾਲ ਸੰਬੰਧਿਤ ਮਾਮਲਾ ਆਇਆ, ਜਿਹਦੀ ਜਾਂਚ ਲਈ ਗੱਲ ਅੱਗੇ ਵਧਾਤੀ ਗਈ ਆ। ਇਹ ਦੋਵਾਂ ਮਾਮਲਿਆਂ ਨੂੰ ਐਡਰੈਸ ਕਰ ਦਿਓ।
ਐਸਵਾਈਐਲ ਦੇ ਉੱਤੇ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ ਉਹ ਉੱਥੇ ਹੀ ਖੜੀ ਹੈ, ਉਹਦੇ 'ਚ ਕੋਈ ਜ਼ਿਆਦਾ ਉਹ ਨਹੀਂ ਹੈ। ਸੁਪਰੀਮ ਕੋਰਟ ਨੇ ਸਿਰਫ ਇਹ ਕਿਹਾ ਕਿ ਮਤਲਬ ਤੁਸੀਂ ਜਿਹੜਾ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ, ਇਸ ਤੇ ਐਕਟਿਵ ਰੋਲ ਅਦਾ ਕਰੋ। ਕੋਈ ਦੋਨੋਂ ਸਟੇਟਾਂ ਦਾ ਜਿਹੜਾ ਇਹ ਇਸ਼ੂ ਹੈ ਉਹਨੂੰ ਜਾਂ ਤਾਂ ਹੱਲ ਕਰਾਓ, ਜਾਂ ਤਾਂ ਤੁਸੀਂ ਐਸਵਾਈਐਲ ਦੀ ਨਹਿਰ ਬਣਾਓ, ਜਾਂ ਇਹਦਾ ਕਿਸੇ ਹੋਰ ਐਮੀਕੇਬਲੀ ਹੱਲ ਕਰਾਓ। ਦੇਖੋ ਬਹੁਤ ਟਾਈਮ ਤੋਂ ਇਹ ਚੱਲੀ ਜਾ ਰਿਹਾ ਹੈ ਰੰਧਾਵਾ ਸਾਹਿਬ ਕਿ ਹੁਣ ਪੰਜਾਬ ਬਾਰ-ਬਾਰ ਇਹ ਇਸ ਗੱਲ ਤੇ ਆ ਗਿਆ ਕਿ ਤੁਸੀਂ ਸਾਨੂੰ ਸਾਡੇ ਪੁਆਇੰਟ ਆਫ ਵਿਊ ਤੇ ਨਹੀਂ ਸੁਣ ਰਹੇ। ਉਹ ਤੇ ਸੁਪਰੀਮ ਕੋਰਟ ਵੀ ਹਜੇ ਤੱਕ ਇਹ ਨਹੀਂ ਉਹ ਲੈ ਸਕਿਆ ਕਿ ਹਾਂ ਪੰਜਾਬ ਦਾ ਇਹ ਪੱਖ ਸੁਣਨਾ ਹੈ ਕਿ ਨਹੀਂ ਸੁਣਨਾ, ਕਿਉਂਕਿ ਉਹ ਕਹਿ ਰਿਹਾ ਵੀ ਨਹਿਰ ਤਾਂ ਬਣਾਈ ਜਾਏਗੀ ਜੇ ਪਾਣੀ ਹੋਏਗਾ, ਜੇ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਦਾ ਫਾਇਦਾ ਕੀ ਹੈ? ਕਿਉਂਕਿ ਨਹਿਰ ਤੁਸੀਂ ਦੇਖਿਆ ਹੋਣਾ ਪੂਰੀ ਤਰ੍ਹਾਂ ਜਿਹੜੀ ਖਾਸ ਤੌਰ ਤੇ ਪੰਜਾਬ ਵਾਲੇ ਪਾਸੇ ਹੈਗੀ ਹੈ ਉਹ ਬਹੁਤ ਥਾਵਾਂ ਤੋਂ ਬਿਲਕੁਲ ਢਾਤੀ ਗਈ ਹੈ, ਔਰ ਜਿੱਥੇ ਬਣੀ ਵੀ ਹੋਈ ਹੈ ਉੱਥੇ ਇੰਨੇ ਬ੍ਰੀਚਸ ਨੇ ਲੋਕਾਂ ਨੇ ਪਾਏ ਹੋਏ ਨੇ, ਕਿਉਂਕਿ ਜਦੋਂ ਬਰਸਾਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਉਦੋਂ ਪਾਣੀ ਜਿਹੜਾ ਇਕੱਠਾ ਹੁੰਦਾ ਹੈ, ਕਿਸਾਨ ਫਿਰ ਉਹਤੇ ਉਹਨੂੰ ਪਾੜ ਪਾ ਕੇ ਐਸਵਾਈਐਲ ਨਹਿਰ ਦੇ ਵਿੱਚ ਸਿੱਟ ਦਿੰਦੇ ਆ। ਤਾਂ ਉਹ ਬਹੁਤ ਜਗ੍ਹਾ ਦੇ ਬ੍ਰੀਚਸ ਨੇ, ਮਤਲਬ ਅਗਰ ਅੱਜ ਦੀ ਤਰੀਕ 'ਚ ਵੀ ਇਹ ਨਹਿਰ ਬਣਾਉਣੀ ਪਏ ਤਾਂ ਉਹਨੂੰ ਸਾਰੀ ਨੂੰ ਢਾਹ ਕੇ ਨਵੇਂ ਸਿਰੇ ਤੋਂ ਹੀ ਬਣਾਉਣਾ ਪਊਗਾ, ਤਾਂ ਜਿਹਦੇ ਉੱਤੇ ਮੈਨੂੰ ਲੱਗਦਾ ਕਿ 2500 ਤੋਂ ਲੈ ਕੇ 3000 ਕਰੋੜ ਰੁਪਏ ਦਾ ਖਰਚਾ ਆਣਾ ਹੈ। ਹੁਣ ਇੰਨਾ ਖਰਚਾ ਕਰਨਾ ਹੈ ਤਾਂ ਕੀ ਉਸ ਲਈ ਸਿਰਫ ਕਰਨਾ ਹੈ ਕਿ ਪਾਣੀ ਇਹ 'ਚ ਜਾਏਗਾ ਤਾਂ ਹੈ ਨਹੀਂ, ਕਿਉਂਕਿ ਪਾਣੀ ਹੈ ਨਹੀਂ। ਸੋ ਇਸ ਤੇ ਕੀ ਹੋਰ ਜਿਹੜਾ ਕੀ ਹੱਲ ਹੋ ਸਕਦਾ ਹੈ? ਜਿਵੇਂ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਇਸ ਤੇ ਨਿਤਿਨ ਗਡਕਰੀ ਹੋਰਾਂ ਨੇ ਵੀ ਕੰਮ ਕਰਨਾ ਸ਼ੁਰੂ ਕੀਤਾ ਸੀ, ਜਦੋਂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਉੱਜ ਨਹਿਰ ਹੈ, ਉੱਜ ਨਦੀ ਹੈ ਜਿਹੜੀ, ਉਹਦਾ ਪਾਣੀ 200 ਕਰੋੜ ਰੁਪਏ ਅਸੀਂ ਉੱਥੇ ਲਾ ਕੇ ਡੈਮ ਬਣਾ ਦਿੰਦੇ ਆ ਤੇ ਉਹ ਪਾਣੀ ਇਹਦੇ 'ਚ ਸਿੱਟ ਲੈਂਦੇ ਆ। ਜਿੰਨੀ ਜ਼ਰੂਰਤ ਮਤਲਬ ਤੁਹਾਡੀ ਹੋਏਗੀ ਉਹ ਤੁਸੀਂ ਪੰਜਾਬ ਵਾਲੀ ਪੂਰੀ ਕਰ ਲਓ, ਔਰ ਜਿਹੜਾ ਐਸਵਾਈਐਲ ਦਾ ਉਹ ਤੁਸੀਂ ਸਤਲੁਜ 'ਚੋਂ ਦੇ ਦਿਓ ਹਰਿਆਣੇ ਨੂੰ। ਇਸ ਤਰ੍ਹਾਂ ਦੀ ਵੀ ਇੱਕ ਗੱਲ ਚੱਲੀ ਸੀ, ਲੇਕਿਨ ਉਹ ਗੱਲ ਫਿਰ ਸਿਰੇ ਚੜੀ ਨਹੀਂ ਸੀ। ਸੋ ਹੁਣ ਹੱਲ ਕੀ ਹੋ ਸਕਦੇ ਨੇ? ਸੁਪਰੀਮ ਕੋਰਟ ਬਾਰ-ਬਾਰ ਇਹੀ ਕਹਿ ਰਿਹਾ ਕਿ ਤੁਸੀਂ ਬੈਠ ਕੇ ਇਹਦੇ ਐਮੀਕੇਬਲੀ ਹੱਲ ਕਰਾਓ ਕੋਈ। ਜਿਵੇਂ ਇਹਨਾਂ ਨੇ ਪੰਜਾਬ ਨੇ ਇੱਕ ਹੋਰ ਪਲੀ ਲਿੱਤੀ ਹੈ ਕਿ ਤੁਸੀਂ ਸ਼ਾਰਦਾ ਲਿੰਕ ਨਹਿਰ ਚੋਂ ਯਮੁਨਾ ਦਾ ਪਾਣੀ ਜਿਹੜਾ ਹੈਗਾ ਉਹ ਪੰਜਾਬ ਨੂੰ ਦਿਓ। ਤਾਂ ਇਹ ਇੱਕ ਨਵਾਂ ਪਹਿਲੂ ਹੈ ਕਿ ਸਾਨੂੰ ਯਮੁਨਾ ਦਾ ਪਾਣੀ ਤਾਂ ਹਜੇ ਬਿਲਕੁਲ ਹੀ ਨਹੀਂ ਮਿਲ ਰਿਹਾ ਹੈਗਾ ਤੇ ਸਾਨੂੰ ਵੀ ਤਾਂ ਪਾਣੀ ਲੋੜ ਹੈਗੀ ਹੈ। ਤੇ ਇਹ ਕਈ ਇਸ ਤਰ੍ਹਾਂ ਦੇ ਕਈ ਹੋਰ ਪਹਿਲੂ ਨੇ, ਉਹਨਾਂ ਨੇ ਕਿਹਾ ਵੀ ਹੱਲ ਕਰੋ ਹੁਣ ਕੋਈ। ਤੇ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਦੂਸਰਾ ਇਸ਼ੂ ਉਠਾਇਆ ਹੈਗਾ ਉਹ ਹੈਗਾ 607 ਕਰੋੜ ਰੁਪਏ ਦੇ ਸਕੈਮ। ਇਹਦੇ ਵਿੱਚ ਇੰਦਰਪ੍ਰੀਤ ਜੀ ਇੱਕ ਗੱਲ ਬੜੀ ਸਾਫ਼ ਹੈ, ਇਹ ਘੁਣਤਰਾਂ ਬਿਊਰੋਕ੍ਰੇਸੀ ਚੋਂ ਆਉਂਦੀਆਂ ਨੇ ਜਿਹੜੀਆਂ ਭਗਵੰਤ ਮਾਨ ਨੂੰ ਦਿੱਤੀਆਂ ਜਾਂਦੀਆਂ ਨੇ। ਸਾਨੂੰ ਇਸ ਗੱਲ ਦਾ ਪਤਾ ਹੈ। ਭਗਵੰਤ ਮਾਨ ਵਿਧਾਨ ਸਭਾ 'ਚ ਕਹਿ ਰਹੇ ਸੀ ਕਿ ਮੈਂ ਉਹਨਾਂ ਨੂੰ ਕਿਹਾ ਮੀਟਿੰਗ ਦੇ ਵਿੱਚ ਕਿ ਚਲੋ ਆਪਾਂ ਹੈਲੀਕਾਪਟਰ ਤੇ ਚੱਲਦੇ ਹਾਂ ਤੇ ਆਪਾਂ ਇੱਥੇ ਫਾਜ਼ਿਲਕਾ ਤੱਕ ਸਾਰੀ ਨਹਿਰ ਦੇ ਉੱਪਰ ਦੇ ਦਰਿਆ ਦੇ ਉੱਪਰ ਜਾ ਕੇ ਦੇਖਦੇ ਹਾਂ, ਜੇ ਤੁਹਾਨੂੰ ਲੱਗਿਆ ਕਿਸੇ ਵੀ ਐਂਗਲ ਤੋਂ ਵੀ ਇਹ ਦਰਿਆ ਹੈਗਾ ਤੇ ਅਸੀਂ ਅਗਲੀ ਗੱਲ ਤੋਰ ਲਾਂਗੇ। ਇਹ ਤਾਂ ਦਰਿਆ ਰਿਹਾ ਹੀ ਨਹੀਂ, ਇਹ 'ਚ ਤਾਂ ਪਾਣੀ ਹੈ ਨਹੀਂ। ਚਲੋ ਇੱਕ ਗੱਲ ਆ, ਲੇਕਿਨ ਜਿੱਥੋਂ ਤੱਕ ਸਵਾਲ ਸਟੈਂਡ ਲੈਣ ਦਾ ਹੈ ਕਿ ਰਿਪੇਰੀਅਨ ਲਾਅ ਕੀ ਕਹਿੰਦੇ ਆ, ਤੁਸੀਂ ਇੰਟਰਨੈਸ਼ਨਲ ਕਾਨੂੰਨ ਨੂੰ ਦਰਕਨਾਰ ਨਹੀਂ ਕਰ ਸਕਦੇ ਪਾਣੀਆਂ ਦੇ ਮਾਮਲੇ 'ਚ। ਸਟੈਂਡ ਤਾਂ ਉਹ ਲੈਣਾ ਬਣਦਾ, ਇੱਕ ਫਰੈਸ਼ ਪਲੀ ਲੈਣੀ ਚਾਹੀਦੀ ਆ। ਸੁਪਰੀਮ ਕੋਰਟ ਨੂੰ ਇਹਦੇ ਲਈ ਮਨਾਉਣਾ ਚਾਹੀਦਾ, ਚੀਫ ਜਸਟਿਸ ਆਫ ਇੰਡੀਆ ਨੂੰ ਤੁਹਾਨੂੰ ਲਿਖਣਾ ਚਾਹੀਦਾ ਕਿ ਜ਼ਿਆਦਤੀ ਹੋ ਰਹੀ ਆ। ਭਾਵੇਂ ਉਸ ਪੀਰੀਅਡ ਦੇ ਇੱਕ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਵਿੱਚ ਪੈਰ ਪਿਛਾਂਹ ਖਿੱਚੇ ਸੀ, ਉਹ ਅੱਜ ਤੱਕ ਸਾਡੇ ਗਲੇ ਦੀ ਹੱਡੀ ਬਣਿਆ ਹੋਇਆ। ਚਲੋ ਹੁਣ ਉਹ ਜ਼ਿਕਰ ਕਰਨੇ ਪੁਰਾਣੇ ਚੰਗੇ ਨਹੀਂ ਲੱਗਦੇ, ਪਰ ਫਿਰ ਵੀ ਸਰਕਾਰ ਨੂੰ ਸਿਧਾਂਤਕ ਸਟੈਂਡ ਲੈਣ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਸਾਡੇ ਕੋਲ ਪਾਣੀ ਹੈ ਨਹੀਂ, ਇਹ ਗੱਲ ਕਰੀ ਜਾਣੀ ਜਾਇਜ਼ ਤਾਂ ਹੈ, ਲੇਕਿਨ ਇਸ ਤੋਂ ਇੱਕ ਸਟੈਪ ਅਗਲਾ ਕਿਉਂ ਨਹੀਂ ਲਿਆ ਜਾਂਦਾ ਕਿ ਪਹਿਲਾਂ ਪਾਣੀਆਂ ਦੇ ਹੱਕ ਨਿਰਧਾਰਿਤ ਕਰੋ ਕਿ ਪਾਣੀ ਹੈ ਕਿਹਦਾ। ਗੱਲ ਪਾਣੀ ਹੈ ਕਿਹਦੇ ਤੋਂ ਅੱਗੇ ਤੁਰੇਗੀ। ਫਿਰ ਦੇਣ ਦਵਾਉਣ ਦੀ ਗੱਲ ਦੇ ਵਿੱਚ ਤੁਸੀਂ ਵੱਡੇ ਭਰਾ ਬਣ ਲਿਓ ਜਾਂ ਛੋਟੇ, ਤੁਸੀਂ ਸ਼ਾਰਦਾ ਜਮਨਾ ਬਣਾ ਲਿਓ ਜਾਂ ਤੁਸੀਂ ਐਸਵਾਈਐਲ ਬਣਾ ਲਿਓ, ਇਹ ਤੁਹਾਡੀ ਹੈਡੇਕ ਆ। ਪਹਿਲੋਂ ਘੱਟੋ ਘੱਟ ਆਪਣਾ ਕੇਸ ਮਜ਼ਬੂਤੀ ਨਾਲ ਰੱਖੋ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ ਇੱਥੇ, ਸਿੰਗਲ ਲਾਈਨਰ, ਫਿਰ ਆਪਾਂ ਫਿਰ ਦੂਜੀ ਉਹ ਮਾਮਲੇ ਚੱਲਦੇ। ਦੇਖੋ ਐਸਵਾਈਐਲ ਦੇ ਮੁੱਦੇ ਦੇ ਉੱਤੇ ਹਜੇ ਜਿੱਥੇ ਖੜੇ ਸੀ ਆਪਾਂ ਉੱਥੇ ਹੀ ਖੜੇ ਹਾਂ। ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਵੀ ਗੱਲ ਤੇ ਉੱਥੇ ਹੀ ਆਈ ਵੀ ਸੈਂਟਰ ਵੱਡੇ ਭਰਾ ਵਰਗਾ ਇਹਨਾਂ ਦਾ ਫੈਸਲਾ ਕਰਾਏ। ਭਗਵੰਤ ਮਾਨ ਉਹਨਾਂ ਨੂੰ ਤੇ ਮਨੋਹਰ ਲਾਲ ਖੱਟਰ ਉਹਨਾਂ ਨੇ ਇਕੱਠੇ ਬੈਠ ਕੇ ਇਹਨਾਂ ਨੂੰ ਕੋਈ ਸਦਬੁੱਧੀ ਦੀ ਦੋ, ਬਸ ਇੰਨੀ ਕੁ ਗੱਲ ਹੀ ਸੁਪਰੀਮ ਕੋਰਟ ਦੇ ਵਿੱਚ ਹੋਈ ਹੈ। 2 ਮਹੀਨੇ ਦਾ ਟਾਈਮ ਦਿੱਤਾ, ਅੱਗੇ ਵੀ 2 ਮਹੀਨੇ ਦਾ ਨਹੀਂ, ਅੱਗੇ ਤੇ ਬੜਾ ਵੱਡਾ ਟਾਈਮ ਦਿੱਤਾ ਸੀ, ਉਹਦੇ ਵਿੱਚ ਤੇ ਕੁਝ ਹੋਇਆ ਨਹੀਂ। ਅਗਲੇ 2 ਮਹੀਨਿਆਂ ਦੇ ਵਿੱਚ ਕੁਝ ਹੋਏਗਾ। ਇਹਦਾ ਸੈਂਟਰ ਦਾ ਜਿਹੜਾ ਹਲਫਨਾਮਾ ਹੈ ਜਿਹਦੇ ਵਿੱਚ ਉਹ ਗੱਲ ਕਹਿੰਦੇ ਨੇ ਕਿ ਵੀ ਲੱਗਦਾ ਗੱਲ ਬਣ ਜੂਗੀ, ਦੋਨੋਂ ਸੂਬੇ ਪੋਜ਼ਿਟਿਵ ਨੇ। ਉਹ ਕਿਸ ਆਧਾਰ ਦੇ ਉੱਤੇ ਇਹ ਹਲਫਨਾਮਾ ਦਿੱਤਾ ਕਿ ਦੋਨੋਂ ਸੂਬੇ ਪੋਜ਼ਿਟਿਵ ਨੇ? ਕੁਝ ਗੱਲਾਂ ਸਾਡੇ ਤੱਕ ਨਹੀਂ ਪਹੁੰਚੀਆਂ, ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਦਾ ਇਹ ਹਲਫਨਾਮਾ ਹੈਗਾ ਕਿ ਲੱਗਦਾ ਗੱਲ ਬਣ ਜੂਗੀ। ਇਹ ਸਾਨੂੰ ਨਹੀਂ ਪਤਾ, ਪਰ ਚਲੋ
ਉਹਨੂੰ SYL ਦੇ ਮੁੱਦੇ ਦੇ ਉੱਤੇ ਪੁੱਠਾ ਕਰਕੇ YSL ਦਾ ਇੱਕ ਸੁਜੈਸ਼ਨ ਸਾਡੇ ਮੁੱਖ ਮੰਤਰੀ ਦੇ ਕੇ ਆਏ ਸੀ। ਕਿਤੇ ਉੱਤੇ ਤੇ ਨਹੀਂ ਗੱਲ ਬਣ ਰਹੀ ਕਿ ਹੁਣ YSL ਬਣੇਗੀ, SYL ਨਹੀਂ ਬਣੇਗੀ। ਅੱਗੇ ਆ ਕੇ ਪਤਾ ਲੱਗੂਗਾ 2 ਮਹੀਨੇ ਬਾਅਦ ਆਪਾਂ ਕਿੱਥੇ ਖੜੇ। ਇਹ ਤਾਂ ਗੱਲ ਠੀਕ ਹੈ ਤੁਹਾਡੀ ਵੀ ਜੇ ਕੇਂਦਰ ਕਹਿੰਦਾ ਵੀ ਪੰਜਾਬ ਤੇ ਹਰਿਆਣਾ ਸਹਿਮਤ ਹੋ ਗਿਆ, ਇਹ ਆਪਣੇ ਵਾਲੇ ਬਾਹਰ ਤਾਂ ਇਹੀ ਕਹਿੰਦੇ ਵੀ ਅਸੀਂ ਨਹੀਂ ਸਹਿਮਤ ਹੋਏ SYL ਤੇ, ਸ਼ਾਇਦ ਉਹ ਦੂਜੇ ਬੰਨਿਓ ਜਮਨਾ ਸਤਲੁਜ ਤੇ ਸਹਿਮਤ ਹੋ ਗਏ। ਹੁਣ ਤੁਹਾਡੀ ਗੱਲ ਠੀਕ ਹੈ, ਇਹ ਹਲਫਨਾਮਾ 2 ਮਹੀਨਿਆਂ 'ਚ ਜਾਣਾ, ਲੇਕਿਨ ਤਰੀਕ 4 ਅਕਤੂਬਰ ਦੀ ਪਈ ਹੈ। ਇੰਦਰਪ੍ਰੀਤ ਜੀ, 607 ਕਰੋੜ ਦਾ ਫੂਡ ਸਕੈਮ ਵਿਧਾਨ ਸਭਾ ਦੇ ਵਿੱਚ ਲਿਆ ਕੇ ਜਾਂਚ ਲਈ ਤੋਰਤਾ ਜਾਂਦਾ, ਉਸ ਨਾਲ ਵੀ ਸਾਂਝ ਪਵਾ ਦਿਓ। ਰੰਧਾਵਾ ਸਾਹਿਬ, ਇਹ ਨਾ 2014 ਤੋਂ ਲੈ ਕੇ 2017 ਦਾ ਮਾਮਲਾ ਹੈ, ਜਿਹਦੇ ਚ ਫੂਡ ਸਕੈਮ ਜਿਹੜਾ ਅਸੀਂ 31,000 ਕਰੋੜ ਵਾਲੇ ਦੀ ਗੱਲ ਕਰਦੇ ਆ, ਇਹ ਇੱਕ ਉਹਦਾ ਹਿੱਸਾ ਹੈ ਜੋ ਪੰਜਾਬ ਐਗਰੋ ਦੇ ਹਿੱਸੇ ਦਾ ਸੀਗਾ। ਟੋਟਲ 12,000 ਕਰੋੜ ਦਾ ਸਕੈਮ ਸੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਹਦੇ ਤੇ 18,000 ਕਰੋੜ ਰੁਪਇਆ ਜਿਹੜਾ ਹੈਗਾ ਉਹ ਵਿਆਜ ਹੈ, ਤਾਂ ਉਹ ਕੁੱਲ ਮਿਲਾ ਕੇ ਇਹ 31,000 ਕਰੋੜ ਦੇ ਆਸ-ਪਾਸ ਬਣਦਾ ਹੈ। ਉਹਦਾ ਇੱਕ ਹਿੱਸਾ ਇਹ ਹੈ ਕਿ ਇਹ 5 ਸਾਲਾਂ ਦੇ ਵਿੱਚ ਜਿਹੜਾ ਕਣਕ ਨੂੰ ਨਾ ਸੰਭਾਲਿਆ ਗਿਆ ਜਾਂ ਹੋਰ ਫੂਡ ਗ੍ਰੇਨਸ ਸੀ ਜਿਹੜੇ ਉਹਨਾਂ ਨੂੰ ਨਹੀਂ ਸੰਭਾਲਿਆ ਗਿਆ, ਉਹਦੇ ਨਾਲ 607 ਕਰੋੜ ਰੁਪਏ ਦੀ ਚਪਤ ਜਿਹੜੀ ਹੈਗੀ ਹੈ ਉਹ ਇਹਨੂੰ ਲੱਗੀ ਹੈ। ਇਹਦੇ 'ਚ ਕਈ ਪਹਿਲੂ ਨੇ। ਇੱਕ ਪਹਿਲੂ ਤਾਂ ਇਹ ਹੈਗਾ ਕਿ ਸਾਡੇ ਕੋਲ ਉਦੋਂ ਗੋਦਾਮ ਸਾਡੇ ਸਾਰੇ ਭਰੇ ਪਏ ਸੀਗੇ, ਇਸ ਕਰਕੇ ਕਣਕਾਂ ਉਹ ਬਾਹਰ ਰੱਖਣੀਆਂ ਪਈਆਂ ਤੇ ਬਾਰਿਸ਼ਾਂ ਕਰਕੇ ਉਹ ਖਰਾਬ ਹੋ ਗਈਆਂ, ਜਿਹਦੇ ਕਰਕੇ ਇਹ ਨੁਕਸਾਨ ਹੋਇਆ। ਦੂਸਰਾ ਇਹ ਕਿ ਇਹਨੂੰ ਬਾਹਰ ਰੱਖਣ ਦੀ ਨੌਬਤ ਕਿਉਂ ਆਈ, ਜਿਹੜੀ ਸਾਡੇ ਤੇ ਆਂਦੀ ਹੈ। ਪੰਜਾਬ ਜਿਹੜਾ ਬਾਰ-ਬਾਰ ਇਹ ਪੀਏ ਲੈਂਦਾ ਹੈ ਕਿ ਜਿਹੜਾ ਅਸੀਂ ਫੂਡ ਗ੍ਰੇਨ ਖਰੀਦਦੇ ਹਾਂ ਉਹ ਅਸੀਂ ਸੈਂਟਰ ਦੀ ਉਸ ਤੇ ਖਰੀਦਦੇ ਹਾਂ। ਇਹ ਸਾਡਾ ਥੋੜੀ ਹੈ, ਅਸੀਂ ਤਾਂ ਸੈਂਟਰ ਦੇ ਲਈ ਖਰੀਦ ਰਹੇ ਹਾਂ ਤੇ ਸੈਂਟਰ ਨੇ ਹੀ ਚੱਕਣਾ ਹੈ। ਤੇ ਜੇ ਉਹ ਟਾਈਮਲੀ, ਔਰ ਇਹਦੇ ਲਈ ਟਾਈਮ ਪੀਰੀਅਡ ਹੈ ਕਿ ਇੰਨੇ ਚਿਰ 'ਚ ਅਸੀਂ ਚੱਕ ਲਾਂਗੇ, ਜੇ ਉਹ ਨਹੀਂ ਚੱਕਦੇ ਤਾਂ ਉਹਦਾ ਜਿਹੜਾ ਨੁਕਸਾਨ ਹੋਣਾ ਹੈ ਉਹ ਫਿਰ ਸਟੇਟ ਦੇ ਉੱਪਰ ਪੈ ਜਾਂਦਾ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸੰਭਾਲਣ ਵਾਸਤੇ ਪਾਰਟਿਕੂਲਰ ਪੈਸੇ ਦਿੰਨੇ ਆ, ਤੁਸੀਂ ਉਹਨੂੰ ਸੰਭਾਲੋ। ਪਰ ਉਹ ਸੰਭਾਲੇ ਉਦੋਂ ਜਾ ਸਕਦੇ ਆ ਜਦੋਂ ਗੋਦਾਮ ਹੋਣ ਅੰਦਰ। ਲੇਕਿਨ ਮੰਨ ਲਓ ਕਿ ਗੋਦਾਮ ਭਰੇ ਪਏ ਨੇ, ਤੁਸੀਂ ਚੱਕ ਹੀ ਨਹੀਂ ਰਹੇ। ਤੁਸੀਂ ਹੁਣ ਮੱਧ ਪ੍ਰਦੇਸ਼ ਤੋਂ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਹੁਣ ਕੈਗ ਤੋਂ ਡਰਦੇ ਹੋਏ ਜ਼ਿਆਦਾ ਮੱਧ ਪ੍ਰਦੇਸ਼ ਤੋਂ ਚੱਕੀ ਜਾਂਦੇ ਹੁੰਦੇ ਆ, ਤਾਂ ਜਦੋਂ ਤੁਸੀਂ ਉੱਥੋਂ ਲੈ ਜਾਂਦੇ ਹੋ ਤਾਂ ਪੰਜਾਬ ਕੋਲੇ ਜਿਹੜਾ ਫੂਡ ਗ੍ਰੇਨ ਹੈ ਉਹ ਫਿਰ ਭਰਿਆ ਰਹੂਗਾ। ਤਾਂ ਜਦੋਂ ਭਰੇ ਰਹਿੰਦੇ ਆ ਤਾਂ ਫਿਰ ਅਸੀਂ ਰੱਖੀਏ ਕਿਤੇ, ਫਿਰ ਓਪਨ ਦੇ ਵਿੱਚ ਰੱਖਣਾ ਪੈਂਦਾ, ਉੱਥੇ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਆ। ਤੁਸੀਂ ਬਹੁਤ ਟਾਈਮ ਤੱਕ ਨਹੀਂ ਰੱਖ ਸਕਦੇ, ਫॉर द टाइम बीइंग ਤਾਂ ਰੱਖ ਸਕਦੇ ਹੋ ਵੀ ਮਹੀਨਾ ਰੱਖ ਲਓ ਜਾਂ 2 ਮਹੀਨੇ ਰੱਖ ਲਓ, ਸਭ ਤੋਂ ਪਹਿਲਾਂ ਅਸੀਂ ਇਹ ਚੁਕਵਾ ਦਾਂਗੇ ਜਦੋਂ ਵਾਰੀ ਆਏਗੀ। ਪਰ ਉਹ ਜਦੋਂ ਚੱਕੇ ਨਹੀਂ ਜਾਂਦੇ ਤਾਂ 607 ਕਰੋੜ ਰੁਪਏ ਦਾ ਉਹ ਜਿਹੜਾ ਨੁਕਸਾਨ ਹੋਇਆ, ਉਹ ਨੁਕਸਾਨ ਉਹਦੀ ਗੱਲ ਕੈਗ ਨੇ ਉਦੋਂ ਕੀਤੀ ਸੀ। ਤੇ ਜਿਹੜੀ ਫਿਰ ਲੋਕ ਲੇਖਾ ਕਮੇਟੀ ਹੈ ਜਾਂ ਸਰਕਾਰੀ ਕਾਰੋਬਾਰ ਕਮੇਟੀ ਹੈ, ਉਹਨੇ ਫਿਰ ਇਸ ਤੇ ਉਸ ਪੈਰਿਆਂ ਨੂੰ ਸੈਟਲ ਕਰਨਾ। ਤੇ ਉਹਨੇ ਜਦੋਂ ਇਹ ਪਤਾ ਕੀਤਾ ਕਿ ਇਹਦੇ 'ਚ ਤੁਸੀਂ ਜਿਹੜੇ ਜ਼ਿੰਮੇਵਾਰ ਠਹਿਰਾਏ ਸੀ ਜਿਨ੍ਹਾਂ ਨੂੰ, ਉਹ ਦੇਖੋ ਕਿੰਨਾ ਇੰਟਰਸਟਿੰਗ ਪੁਆਇੰਟ ਹੈ ਇਹਦੇ ਵਿੱਚ। ਮੈਂ ਇਸ ਖਬਰ ਨੂੰ ਇਸ ਕਰਕੇ ਡਿਸਕਸ ਕਰਨਾ ਚਾਹੁੰਦਾ ਸੀ ਵੀ 607 ਕਰੋੜ ਰੁਪਏ ਦਾ ਨੁਕਸਾਨ ਹੈ, ਉਹਦੀ ਰਿਕਵਰੀ ਹੋਣੀ ਹੈ। ਤੇ ਜਿਹੜੀ ਰਿਕਵਰੀ ਹੋ ਰਹੀ ਹੈ ਔਰ ਜਿੰਨਾ ਲੋਕਾਂ ਤੋਂ ਹੋ ਰਹੀ ਹੈ ਉਹ ਬਹੁਤ ਛੋਟੇ ਮੁਲਾਜ਼ਮ ਨੇ, ਔਰ ਉਹਨਾਂ ਤੋਂ 12,000 ਰੁਪਏ ਪਰ ਮੰਥ ਦੇ ਹਿਸਾਬ ਨਾਲ ਰਿਕਵਰੀ ਹੋ ਰਹੀ ਹੈ। ਤੁਸੀਂ ਦੇਖੋ 607 ਕਰੋੜ ਰੁਪਏ ਦਾ ਘੁਟਾਲਾ ਤੇ 12,000 ਰੁਪਏ ਦੀ ਰਿਕਵਰੀ ਪਰ ਮੰਥ, ਇਹ ਤਾਂ ਚਾਹੇ ਤੁਸੀਂ ਜਨਮ ਲੱਗ ਜਾਓ ਤਾਂ ਵੀ ਪੂਰੀ ਨਹੀਂ ਹੋਣੀ। ਤੇ ਇਹ ਉਹਨਾਂ ਨੇ ਇਹੀ ਕਿਹਾ, ਜਿਹੜਾ ਪ੍ਰਿੰਸੀਪਲ ਬੁੱਧ ਰਾਮ ਨੇ ਜਿਹੜੇ ਕਮੇਟੀ ਦੇ ਚੇਅਰਮੈਨ ਸੀ, ਕਿ ਇਹ ਛੋਟੇ ਮੁਲਾਜ਼ਮਾਂ ਤੇ ਨਾ ਪਾਓ, ਇਹ ਵੱਡੇ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸ਼ਾਮਲ ਕਰੋ ਤਾਂ ਤੇ ਸਾਰਿਆਂ ਤੇ ਪਹਿਲਾਂ ਇਨਕੁਆਇਰੀ ਵੀ ਕਰੋ ਕਿ ਇਹ ਹੋਇਆ ਕਿਉਂ ਹੈ ਜੀ। ਜਦੋਂ ਆਪਾਂ 31,000 ਕਰੋੜ ਦੀ ਵੀ ਉਸ ਦਿਨ ਗੱਲ ਕੀਤੀ ਸੀ, ਉਸ ਦਿਨ ਵੀ ਇਹਨਾਂ ਨੇ ਆਪਣੇ ਵਿੱਤ ਮੰਤਰੀ ਸਾਹਿਬ ਨੇ ਇਹ ਜਦੋਂ ਕਿਹਾ ਸੀ ਅਸੀਂ ਓਨ ਕਰ ਰਹੇ ਹਾਂ ਇਹ ਸਾਰੇ 31,000 ਕਰੋੜ ਵਾਲੇ ਨੂੰ, ਤਾਂ ਵੀ ਇਹ ਗੱਲ ਉਹਨਾਂ ਨਾਲ ਕੀਤੀ ਗਈ ਸੀ ਕਿ ਤੁਸੀਂ ਓਨ ਤਾਂ ਕਰ ਲਿਆ, ਪਰ ਇਹਦੀ ਜ਼ਿੰਮੇਵਾਰੀ ਕੌਣ ਫਿਕਸ ਕਰੇਗਾ? ਜ਼ਿੰਮੇਵਾਰ ਕੌਣ ਨੇ ਇਹਦੇ 31,000 ਕਰੋੜ ਦੇ? ਕੀ ਤੁਸੀਂ ਪੰਜਾਬ ਦੇ ਲੋਕਾਂ ਤੇ ਤਾਂ ਭਾਰ ਪਾਤਾ। ਹਰ ਰੋਜ਼ ਅਸੀਂ ਹਰ ਮਹੀਨੇ ਅਸੀਂ 270 ਕਰੋੜ ਰੁਪਏ ਦੇਈ ਜਾ ਰਹੇ ਹਾਂ, ਪਰ ਇਹਦੇ ਲਈ ਜਿਹੜੇ ਜ਼ਿੰਮੇਵਾਰ ਨੇ ਕੀ ਉਹਨਾਂ ਨੂੰ ਵੀ ਟੰਗਿਆ ਜਾਏਗਾ ਕਿ ਨਹੀਂ ਟੰਗਿਆ ਜਾਏਗਾ? ਪਰਿਸਥਿਤੀਆਂ ਦਾ ਇਹ ਵਿਅੰਗ ਹੀ ਹੈ ਨਾ ਕਿ ਤੁਸੀਂ ਜੋ ਕਰ ਰਹੇ ਹੋ ਛੋਟੇ ਛੋਟੇ ਮੁਲਾਜ਼ਮਾਂ ਦੇ ਉੱਤੇ। ਮੈਨੂੰ ਯਾਦ ਹੈ ਜਿਸ ਦਿਨ ਇਹ ਚੁੱਪ ਚਪੀਤੇ ਪਾਸ ਕਰਕੇ ਇਹਨੂੰ ਬਜਟ ਦੇ ਵਿੱਚ ਸ਼ਾਮਲ ਕਰਤਾ ਗਿਆ ਸੀ, ਘਾਟੇ ਨੂੰ 31,000 ਕਰੋੜ ਦੇ ਐਡਜਸਟਮੈਂਟ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਇਹਨੂੰ ਡਿਸਪਿਊਟਡ ਕਹਿ ਕੇ 5 ਸਾਲ ਅੱਗੇ ਵਧਾਉਂਦੇ ਰਹੇ। ਲੇਕਿਨ ਜਦੋਂ ਇਸ ਸਰਕਾਰ ਨੇ ਇਹਨੂੰ ਓਨ ਕਰ ਲਿਆ ਸੀ, ਤੇ ਮੈਂ ਚੀਮਾ ਸਾਹਿਬ ਜਿਹੜੇ ਕਿ ਫਾਈਨਾਂਸ ਮਿਨਿਸਟਰ ਹੈ ਉਹਨਾਂ ਨਾਲ ਗੱਲ ਕੀਤੀ, ਹਰਪਾਲ ਸਿੰਘ ਚੀਮਾ ਨਾਲ,
ਉਹ ਮੈਨੂੰ ਕਹਿੰਦੇ ਜੀ ਇਹ ਐਡਜਸਟਮੈਂਟਸ ਹੋ ਚੁੱਕੀਆਂ, ਕੇਂਦਰ ਨੇ ਸਾਨੂੰ ਕੁਝ ਕੰਪਨਸੇਸ਼ਨ ਦੀ ਗੱਲ ਕਰ ਚੁੱਕਿਆ ਉਹ। ਚਲੋ ਮੈਂ ਕਿਹਾ ਜੀ ਇਹਦੇ ਉੱਤੇ ਘੱਟੋ ਘੱਟ ਤੁਸੀਂ ਕੋਈ ਤੱਥ ਖੋਜ ਬਣਾ ਲਓ ਕਿ ਕੌਣ ਜ਼ਿੰਮੇਵਾਰ ਸੀ। ਕਹਿੰਦੇ ਹਾਂ ਮੈਂ ਇਹਦੇ ਤੇ ਕਰਦਾ ਜੀ। ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਮੁਹੱਬਤ ਨਾਲ ਇਹ ਕਿਹਾ ਸੀ ਵੀ ਅਸੀਂ ਲਿਆ ਰਹੇ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਸਾਡੇ ਉਸ ਪ੍ਰੋਗਰਾਮ ਤੋਂ ਬਾਅਦ ਸਾਡੇ ਸੰਪਰਕ ਵਿੱਚ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਵਿਰੋਧੀ ਹੋ, ਰੌਲਾ ਤਾਂ ਬਹੁਤ ਪਾਉਂਦੇ ਹੋ, ਤੁਹਾਡੇ ਕੀ ਦੇ ਇੱਕ ਭੁੱਲ ਜਾਓ ਵੀ ਕਿਹੜੇ ਕਿਹੜੇ ਬੰਦੇ ਇਨਵੋਲਵ ਸੀਗੇ। ਘੱਟੋ ਘੱਟ ਤੁਸੀਂ ਇਹਦੇ ਲਈ ਕੋਈ ਮਤਾ ਲਿਆਓ, ਤੁਸੀਂ ਸਰਕਾਰ ਤੇ ਬੋਝ ਪਵਾਓ ਇਸ ਗੱਲ ਦੀ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੋ ਕਿ ਕੋਈ ਜਾਂਚ ਕਮੇਟੀ ਬਣਾ ਲਓ, ਕੋਈ ਤੁਸੀਂ ਵਿਧਾਨ ਸਭਾ ਦੇ ਮੈਂਬਰਾਂ ਦੀ ਕੋਈ ਕਮੇਟੀ ਬਣਾ ਦਿਓ ਜਿਹੜੀ ਜਾਂਚ ਕਰੇ। ਤੁਸੀਂ ਵਿਜੀਲੈਂਸ ਜਾਂ ਹੋਰ ਪਾਸੇ ਕਿਉਂ ਜਾਣਾ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਮੈਨੂੰ ਖੁਦ ਨੌਕ ਕੀਤਾ। ਉਹ ਕਹਿੰਦੇ ਬਾਜਵਾ ਸਾਹਿਬ ਆ ਜ਼ਿਕਰ ਕਰ ਰਹੇ ਸੀ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਅਸੀਂ ਨਹੀਂ ਕਹਿ ਰਹੇ, ਅਸੀਂ ਇਹਨੂੰ ਡਿਸਕਸ਼ਨ ਚ ਲਿਆਂਦਾ ਸੀ ਔਰ ਇੱਕ ਆਮ ਰਾਏ ਜੀ ਹੈ ਕਿ ਜੇਕਰ ਕਿਧਰੇ ਕੋਈ ਘਪਲਾ ਹੋਇਆ 31,000 ਕਰੋੜ ਦਾ ਬੋਝ ਚੁੱਪ ਚਪੀਤੇ ਪੰਜਾਬ ਦੇ ਲੋਕਾਂ ਤੇ ਪਾਇਆ ਤੇ ਤੁਸੀਂ ਵਿਧਾਨ ਸਭਾ ਦੀ ਕੋਈ ਕਮੇਟੀ ਬਣਵਾਓ ਰੌਲਾ ਰੱਪਾ ਪਾ ਕੇ। ਉਹ ਕਹਿੰਦੇ ਜੀ ਅਸੀਂ ਇਹਨੂੰ ਟੇਕਅਪ ਕਰ ਰਹੇ ਹਾਂ। ਖੈਰਾ ਤਾਂ ਉਦੋਂ ਆਪਣਾ ਮਾਮਲਾ ਵੀ ਲੱਗਿਆ ਸੀ, ਜਿਹੜਾ ਪ੍ਰਾਈਵੇਟ ਮੈਂਬਰ ਬਿੱਲ ਸੀਗਾ ਕਿ ਲਿਆਉਣਗੇ ਕਿ ਨਹੀਂ ਲਿਆਉਣਗੇ। ਅਸੀਂ ਉਹਦਾ ਵੀ ਜ਼ਿਕਰ ਕੀਤਾ ਸੀ ਕਿ ਬਾਹਰੋਂ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦਣ ਵਾਲੇ ਲੋਕਾਂ ਤੇ ਕੁਝ ਸ਼ਰਤਾਂ ਤਾਂ ਲਾਗੂ ਹੋਣੀਆਂ ਚਾਹੀਦੀਆਂ, ਉਹ ਵੀ ਰਹਿ ਰਹਾ ਗਿਆ। ਸੋ ਜਿਹੜੀ ਗੱਲ ਤੁਸੀਂ 607 ਕਰੋੜ ਦੀ ਕਰ ਰਹੇ, ਇੱਥੇ ਨਗਾਰ ਕਰਨੇ ਤੂਤੀ ਦੀ ਕੌਣ ਸੁਣਦਾ। ਭਾਸਕਰ ਸਾਹਿਬ ਜਾਂਦੇ ਜਾਂਦੇ, ਵੈਸੇ ਅਸੀਂ ਡਾਕਟਰ ਖੁਸ਼ ਵਾਲੀ ਰਿਪੋਰਟ ਜਿਹੜੀ ਹੈ ਉਹ ਇੰਦਰਪ੍ਰੀਤ ਨਾਲ ਜੀ ਨਾਲ ਡਿਸਕਸ ਕਰਦੇ ਹਾਂ 2-3 ਮਿੰਟ ਦੇ ਵਿੱਚ, ਲੇਕਿਨ ਭਾਸਕਰ ਸਾਹਿਬ ਜੇਕਰ ਤੁਸੀਂ ਉਹ ਖਬਰ ਪੜ੍ਹੀ ਹੈ ਜਿਹਦੇ ਵਿੱਚ ਜੇਲ੍ਹ ਬ੍ਰੇਕ ਕਾਂਡ ਦਾ ਜ਼ਿਕਰ ਹੋਇਆ, ਉੱਥੇ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ, ਹਲਕਾ ਉਹਦਾ ਜ਼ਿਕਰ ਕਰ ਦਿਓ। ਕੱਲ ਪੰਜਾਬ ਦੇ ਸਾਬਕਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਨੂੰ ਵਿਜੀਲੈਂਸ ਨੇ 4-5 ਘੰਟੇ ਲਈ ਸੱਦਿਆ ਹੋਇਆ ਸੀ, ਇੱਕ ਉਹ ਵੀ ਖਬਰ ਹੈ। ਇਹਨਾਂ ਚੀਜ਼ਾਂ ਨੂੰ ਅੱਗੇ ਵਧਾ ਦਿਓ। ਨਾਭਾ ਜੇਲ੍ਹ ਬ੍ਰੇਕ, ਤੁਹਾਨੂੰ ਯਾਦ ਹੋਏਗਾ ਅਕਾਲੀਆਂ ਦਾ ਰਾਜ ਸੀਗਾ ਔਰ ਉਸ ਟਾਈਮ ਵਿੱਕੀ ਗੌਂਡਰ ਜੇਲ੍ਹ ਤੋਂ ਭੱਜ ਜਾਂਦਾ ਹੈ ਔਰ ਜਿਸ ਤਰੀਕੇ ਨਾਲ ਭੱਜਦੇ ਨੇ, ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਕਿੰਨੀ ਕੁ ਸੁਰੱਖਿਆ ਇੱਕ ਵਾਰ ਘੇਰੇ ਦੇ ਵਿੱਚ ਆਉਂਦੀ ਹੈ। ਕੱਲ ਉਸ ਕੇਸ ਦੇ ਵਿੱਚ ਸਜ਼ਾ ਹੋ ਗਈ, ਤਕਰੀਬਨ 22 ਅਕਿਊਜ਼ਡ ਹੈਗੇ ਨੇ। ਉਸ ਤੋਂ ਇਲਾਵਾ ਸਰਵੇਸ਼ ਕੌਸ਼ਲ ਉਹਨਾਂ ਨੂੰ ਵਿਜੀਲੈਂਸ ਉਹਨਾਂ ਨੇ ਕੱਲ ਸੱਦਿਆ ਹੋਇਆ ਸੀਗਾ, 4 ਘੰਟੇ ਤੋਂ ਵੱਧ ਪੁੱਛਗਿੱਛ ਹੋਈ, ਕੁਝ ਹੋਰ ਅਕਾਊਂਟ ਮੇਨਟੇਨ ਕਰਨ ਵਾਸਤੇ ਕਿਹਾ ਗਿਆ। 29 ਮਾਰਚ ਨੂੰ ਦੁਬਾਰਾ ਬੁਲਾਇਆ ਗਿਆ ਔਰ 29 ਮਾਰਚ ਨੂੰ ਹੁਣ ਸਰਵੇਸ਼ ਕੌਸ਼ਲ ਉਹਨਾਂ ਦੁਬਾਰਾ ਪੇਸ਼ ਹੋਣਗੇ। ਇਸ ਤੋਂ ਇਲਾਵਾ ਰੰਧਾਵਾ ਜੀ ਇੱਕ ਖਬਰ ਮੈਂ ਹੋਰ ਡਿਸਕਸ ਕਰਨਾ ਚਾਹੁੰਦਾ। ਕੱਲ ਜੰਤਰ ਮੰਤਰ ਦੇ ਵਿੱਚ ਲੱਗੀ ਹੋਈ ਸੀ ਰੌਣਕ। ਰੌਣਕ ਕੀ ਲੱਗੀ ਹੋਈ ਸੀ? ਜੰਤਰ ਮੰਤਰ ਦੇ ਵਿੱਚ ਰੌਣਕ ਲੱਗੀ ਸੀ ਕੇਜਰੀਵਾਲ ਉਹਨਾਂ ਦੀ ਆਮ ਆਦਮੀ ਪਾਰਟੀ ਦੀ। ਔਰ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਕਈ ਜਗ੍ਹਾ ਤੇ ਇੱਕ ਲਾਲ ਜਿਹਾ ਪੋਸਟਰ ਲੱਗਿਆ ਸੀਗਾ। ਪੋਸਟਰ ਦੇ ਅੱਗੇ ਪਿੱਛੇ ਕਿੰਨੇ ਲਾਇਆ ਕੁਝ ਨਹੀਂ ਲਿਖਿਆ ਸੀਗਾ, ਥੱਲੇ ਕਿਸੇ ਦੀ ਫੋਟੋ ਨਹੀਂ ਸੀ, ਲਾਲ ਅਕਸ਼ਰਾਂ ਦੇ ਵਿੱਚ, ਲਾਲ ਪੋਸਟਰ ਦੇ ਵਿੱਚ ਵਾਈਟ ਅਕਸ਼ਰਾਂ ਦੇ ਨਾਲ ਇੱਕੋ ਹੀ ਗੱਲ ਲਿਖੀ ਸੀਗੀ, ਮੋਦੀ ਹਟਾਓ ਦੇਸ਼ ਬਚਾਓ। ਚੜ ਗਿਆ ਗੁੱਸਾ ਮੋਦੀ ਸਾਹਿਬ ਨੂੰ, 138 FIR ਦਰਜ ਕਰਤੀ, 6-7 ਬੰਦੇ ਵੀ ਅਰੈਸਟ ਹੋ ਗਏ। ਕੱਲ ਇਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਉਹਨਾਂ ਪਹੁੰਚ ਗਏ ਜੰਤਰ ਮੰਤਰ। ਉੱਥੇ ਉਹਨਾਂ ਨੇ ਸਪੈਸ਼ਲ ਕੈਂਪੇਨ ਚਲਾਤੀ। ਉਹ ਕਹਿੰਦੇ ਨੇ ਅੱਗੇ ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਇਦਾਂ ਦੇ ਪੋਸਟਰ ਲਾਵਾਂਗੇ, ਮੋਦੀ ਹਟਾਓ ਦੇਸ਼ ਬਚਾਓ। ਔਰ ਉਹਨਾਂ ਵਿਅਕਤੀਆਂ ਨੂੰ ਅਗਰ ਛੱਡਿਆ ਨਹੀਂ ਗਿਆ, ਕਿਉਂਕਿ ਇਹ ਇੱਕ ਲੋਕਤੰਤਰ ਦੇ ਵਿੱਚ ਰਾਈਟ ਹੈਗਾ ਕਿ ਇਹ ਇਦਾਂ ਦੇ ਪੋਸਟਰ ਲਾਉਣ ਦਾ, ਪਰ ਚਲੋ ਬੀਜੇਪੀ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ। ਉਹ ਮੋਦੀ ਸਰਕਾਰ ਨੂੰ, ਆਪਣੇ ਵੱਡੇ ਭਰਾ ਨੂੰ, ਕਿਉਂਕਿ ਮੋਦੀ ਸਾਹਿਬ ਨੂੰ ਕਈ ਵਾਰ ਵੱਡੇ ਭਰਾ ਵੀ ਕਹਿੰਦੇ ਨੇ ਕੇਜਰੀਵਾਲ ਹੋਣਾ, ਉਹ 3 ਮੁੱਦਿਆਂ ਦੇ ਉੱਤੇ ਘੇਰਦੇ ਨੇ। ਇੱਕ ਕਰਪਸ਼ਨ, ਉਹ ਕਹਿੰਦੇ ਨੇ ਕਿ ਕਰਪਸ਼ਨ ਦੇ ਮੁੱਦੇ ਦੇ ਉੱਤੇ ਜੇ ਕੋਈ ਹੋਰ ਪੋਲੀਟੀਕਲ ਪਾਰਟੀ ਦਾ ਕੋਈ ਵੀ ਆਗੂ ਜਿੰਨੀ ਮਰਜ਼ੀ ਕਰਪਸ਼ਨ ਕਰੇ ਔਰ ਕਰਪਸ਼ਨ ਕਰਨ ਤੋਂ ਬਾਅਦ ਜੇ ਭਾਜਪਾ ਦੇ ਵਿੱਚ ਜੁਆਇਨ ਕਰ ਲੈਣ ਤੇ ਫਿਰ ਉਹਦੀ ਬਿਲਕੁਲ ਉਹ ਦੇਵਤਾ ਹੈਗਾ। ਜੇ ਕਰਪਸ਼ਨ ਕੋਈ ਕਰੇ ਤੇ ਮੋਦੀ ਸਾਹਿਬ ਉਹਨਾਂ ਦੀ ਪਾਰਟੀ ਦਾ ਇੱਕ ਸਟੈਂਡ ਹੈਗਾ ਵੀ ਸਾਡਾ ਹੀ ਕਰੇ, ਕੋਈ ਦੂਜੇ ਦਾ ਨਾ ਕਰੇ। ਇਹਨਾਂ ਗੱਲਾਂ ਨੂੰ ਅੱਗੇ ਲੈ ਜਾਂਦੇ ਹੋਏ ਡੀਮੋਨੇਟਾਈਜੇਸ਼ਨ ਦੀ ਗੱਲ ਉਹ ਕਰਦੇ ਨੇ। ਡੀਮੋਨੇਟਾਈਜੇਸ਼ਨ ਦੇ ਉੱਤੇ ਭਾਵੇਂ ਸੁਪਰੀਮ ਕੋਰਟ ਤੋਂ ਇੱਕ ਰਾਹਤ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਮਿਲ ਗਈ ਸੀ, ਪਰ ਇਹ ਮੁੱਦਾ ਹਜੇ ਵੀ ਸਿਆਸੀ ਸਟੇਜਾਂ ਤੋਂ ਆ ਰਿਹਾ। GST ਦੀ ਵੀ ਗੱਲ ਉਹ ਕੱਲ ਜੰਤਰ ਮੰਤਰ ਦੀ ਸਟੇਜ ਦੇ ਉੱਤੇ ਕਰ ਰਹੇ ਸੀ। ਹਾਲਾਂਕਿ ਜਦ ਕੇਜਰੀਵਾਲ ਉਹਨਾਂ ਉੱਥੇ ਇਹ ਗੱਲਾਂ ਕਰ ਰਹੇ ਸੀ ਤੇ ਕਾਂਗਰਸ ਕਿਉਂ ਪਿੱਛੇ ਰਹੇ? ਸਾਡੇ ਪੰਜਾਬ ਦੇ ਕਾਂਗਰਸੀਆਂ ਨੇ ਔਰ ਦਿੱਲੀ ਦੇ ਕਾਂਗਰਸੀਆਂ ਨੇ ਵੀ ਇੱਕ ਹੋਰ ਮੁਹਿੰਮ ਚਲਾਤੀ। ਉਹ ਦਿੱਲੀ ਕਹਿੰਦਾ ਕੇਜਰੀਵਾਲ ਹਟਾਓ ਦਿੱਲੀ ਬਚਾਓ, ਔਰ ਪੰਜਾਬ ਦੇ ਵਿੱਚ ਕਹਿੰਦੇ ਆਪ ਹਟਾਓ ਤੇ ਫਿਰ ਪੰਜਾਬ ਬਚਾਓ। ਯਾਨੀ ਇਹ 2 ਲਾਈਨ ਦਾ ਟੈਗ ਵਰਡ ਹੈਗਾ। ਉਹ ਵਿਰੋਧੀ ਪਾਰਟੀਆਂ ਨੂੰ ਬੜਾ ਸੂਟ ਜਿਹਾ ਕਰ ਰਿਹਾ, ਔਰ ਸੂਟ ਤਦ ਜ਼ਿਆਦਾ ਕਰਦਾ ਹੈ ਜਦ ਜਿਹਨੂੰ ਤੁਸੀਂ ਰੈਫਰ ਕਰ ਰਹੇ ਹੁੰਦੇ ਹੋ ਜਾਂ ਜਿਹਦੇ ਅਗੇਂਸਟ ਚੱਲ ਰਹੇ ਹੁੰਦੇ ਹੋ, ਉਹ ਅਗਰ FIR ਦਰਜ ਕਰਨ ਦੇ ਉੱਤੇ ਆ ਜਾਏ। ਕਈ ਵਾਰ ਤੁਸੀਂ ਕਿਸੇ ਨੂੰ ਇਨਸਟੀਗੇਟ ਕਰੋ ਨਾ, ਔਰ ਅਗਰ ਉਹ ਇਨਸਟੀਗੇਟ ਜਾਂ ਪ੍ਰਵੋਕ ਨਹੀਂ ਹੁੰਦਾ ਤੇ ਤੁਹਾਨੂੰ ਵੀ ਕੰਮ ਕਰਨ ਦਾ ਮਜ਼ਾ ਹੀ ਨਹੀਂ ਆਉਂਦਾ। ਪਰ ਇਸ ਕੇਸ ਦੇ ਵਿੱਚ ਮੋਦੀ ਹਟਾਓ ਦੇਸ਼ ਬਚਾਓ ਦੇ ਪੋਸਟਰਾਂ ਨੇ
ਮੋਦੀ ਸਾਹਿਬ ਨੂੰ ਨਾਰਾਜ਼ ਕੀਤਾ ਹੈ, ਔਰ ਉਹ ਨਾਰਾਜ਼ FIR ਦੀ ਰੂਪ ਵਿੱਚ ਸਾਹਮਣੇ ਵੀ ਆ ਰਹੀ ਹੈ। ਤੇ ਫਿਰ ਅਗਲੇ ਇਸ ਗੱਲ ਨੂੰ ਹੋਰ ਉੱਤੇ ਤਰੀਕੇ ਨਾਲ ਉਠਾ ਰਹੇ ਨੇ ਤੇ ਅੱਗੇ ਉਠਾਣਗੇ ਵੀ। ਤੇ ਜਦੋਂ ਇਹ ਪੋਸਟਰ ਲਾ ਰਹੇ ਹੁੰਦੇ ਆ, ਜਦੋਂ ਕਰ ਰਹੇ ਹੁੰਦੇ, ਇਹਨਾਂ ਨੂੰ ਪਤਾ ਹੁੰਦਾ ਕਿ ਅਗਲੇ ਦੀ ਚੋਣ 5 ਸਾਲ ਲਈ ਹੋਈ ਆ ਤੇ ਉਹਦੀ ਟਨਿਓਰ ਕਦੋਂ ਖਤਮ ਹੋਣ ਵਾਲੀ ਆ। ਦਿਲ ਖੁਸ਼ ਕਰਨ ਲਈ ਗੱਲ ਇਹ ਖਿਆਲ ਵੀ ਅੱਛਾ ਹੈ ਵਾਲੀ ਗੱਲ ਹੀ ਹੈ ਨਾ, ਵੀ ਆਪਣਾ ਰਾਂਝਾ ਰਾਜੀ ਕਰ ਲੈਂਦੇ ਆ, ਅਗਲੇ ਦਾ ਕੋਈ ਵਾਲ ਵਿੰਗਾ ਨਹੀਂ ਹੁੰਦਾ। ਪੰਜਾਬ 'ਚ ਆਪ ਭਜਾਓ, ਹੁਣ ਘੱਟੋ ਘੱਟ 27 ਤੱਕ ਤੇ ਭੱਜਣੀ ਨਹੀਂ ਜੇ ਕੇਂਦਰ ਬਾਂਹ ਨਾ ਮਰੋੜ ਲਏ ਕਿਤੇ। ਇੰਦਰਪ੍ਰੀਤ ਜੀ, ਲਾਸਟ ਗੱਲ, ਹੁਣ ਸਾਡੇ ਸਮਕਾਲੀ ਨਿੱਬਰ ਸਾਹਿਬ ਦੀ ਰਿਪੋਰਟ ਹੈ ਜਿਸ 'ਚੋਂ ਡਾਕਟਰ ਖੁਸ਼ ਉਹਨਾਂ ਦਾ ਜ਼ਿਕਰ ਕਰ ਰਿਹਾ ਕਿ ਪੰਜਾਬ ਦੇ ਜੇ ਪਾਣੀ ਬਚਾਉਣੇ ਨੇ ਤਾਂ ਆ ਜਿਹੜੀ ਫ੍ਰੀ ਪਾਵਰ ਹੈ ਨਾ, ਫ੍ਰੀ ਬਿਜਲੀ ਆ, ਟਿਊਬਵੈਲਸ ਨੂੰ ਬੰਦ ਕਰੋ। ਤੇ ਇੱਕ ਤਾਂ ਇਹ ਪੱਖ ਹੈ, ਤੇ ਦੂਜਾ ਕੱਲ ਐਗਰੀਕਲਚਰ ਪਾਲਿਸੀ ਪੰਜਾਬ ਦੀ ਉਹ ਵੀ ਚਰਚਾ 'ਚ ਆ ਰਹੀ ਸੀ। ਇਹਦੇ ਉੱਤੇ ਸੰਖੇਪ ਦੇ ਵਿੱਚ ਇੱਕ ਤਬਸਰਾ ਦੇ ਦਿਓ। ਰੰਧਾਵਾ ਸਾਹਿਬ, ਡਾਕਟਰ ਖੁਸ਼ ਨੇ ਜਿਹੜੀ ਗੱਲ ਕੀਤੀ ਹੈ ਉਹ ਉਸ ਤੋਂ ਪਹਿਲਾਂ ਕਈ ਬੰਦੇ ਕਰ ਚੁੱਕੇ ਹੈ ਕਿ ਫ੍ਰੀ ਪਾਵਰ ਬੰਦ ਕੀਤੀ ਹੈ। ਈਵਨ ਪਲੈਨਿੰਗ ਕਮਿਸ਼ਨ ਵੀ ਕਰਦਾ ਰਿਹਾ ਹੈ, ਫਿਰ ਉਸ ਤੋਂ ਬਾਅਦ ਨੀਤੀ ਆਯੋਗ ਨੇ ਵੀ ਕਰਤੀ ਇਹ ਗੱਲ। ਤੇ ਹੁਣ ਇੱਥੇ ਵੀ ਵੱਖ-ਵੱਖ ਜਿਹੜੇ ਐਕਸਪਰਟ ਹੈਗੇ ਨੇ ਉਹ ਇਹ ਗੱਲ ਤਾਂ ਕਰ ਰਹੇ ਨੇ, ਪਰ ਇਹ ਟੋਟਲ ਪੋਲੀਟੀਕਲ ਹੈ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਇਹ ਪੋਲੀਟੀਕਲ ਵਿਲ ਹੈ, ਉਹੀ ਕਰ ਸਕਦਾ ਜਿਹਦੇ ਕੋਲ ਪੋਲੀਟੀਕਲ ਵਿਲ ਹੋਏਗੀ। ਪਰ ਮੈਂ ਇੱਥੇ ਇਹ ਕਰਨਾ ਚਾਹੁੰਦਾ, ਕਿਉਂਕਿ ਡਾਕਟਰ ਖੁਸ਼ ਖੁਦ ਵੀ ਪੈਡੀ ਦੇ ਐਕਸਪਰਟ ਨੇ, ਇਸ ਕਰਕੇ ਮੈਂ ਇਹ ਗੱਲ ਕਰਨਾ ਚਾਹੁੰਦਾ ਸੀਗਾ ਕਿ ਪੰਜਾਬ ਦੀ ਧਰਤੀ ਤਾਂ ਪੈਡੀ ਲਈ ਉਪਯੁਕਤ ਹੈ ਹੀ ਨਹੀਂ ਸੀ। ਤੇ ਕਿੰਨਾ ਇਹ ਡਾਕਟਰ ਖੁਸ਼ ਜਾਂ ਇਹਨਾਂ ਤੋਂ ਪਹਿਲਾਂ ਵਾਲੇ ਜਿਹੜੇ ਲੋਕਾਂ ਨੇ ਇੱਥੇ ਨੂੰ ਪ੍ਰਮੋਟ ਕੀਤਾ ਕਿ ਇਹ ਲੋਕ ਉਨੇ ਜ਼ਿੰਮੇਵਾਰ ਨਹੀਂ ਹੈਗੇ ਕਿ ਹਾਂ ਅਸੀਂ ਉਸ ਧਰਤੀ ਤੇ ਪੈਡੀ ਨੂੰ ਲਿਆ ਰਹੇ ਹਾਂ ਜਿਹੜੀ ਹੈ ਹੀ ਨਹੀਂ, ਸਾਨੂੰ ਗਰਾਊਂਡ ਵਾਟਰ ਯੂਜ਼ ਕਰਨਾ ਹੀ ਪੈਣਾ ਇਹਦੇ ਲਈ। ਦੂਸਰਾ ਇਹ ਕਿ ਪੈਡੀ ਨੂੰ ਇੱਥੇ ਕਲਟੀਵੇਟ ਕਰਨ ਵਾਸਤੇ ਪਡਲਿੰਗ ਸਿਸਟਮ ਕੌਣ ਲੈ ਕੇ ਆਇਆ, ਜਦਕਿ ਡਾਕਟਰ ਖੁਸ਼ ਹੁਣ ਖੁਦ ਵੀ ਕਹਿ ਰਿਹਾ ਇਹੀ ਗੱਲ, ਗੱਲਾਂ ਦੇ ਵਿੱਚ ਕਹਿੰਦੇ ਆ ਕਿ ਹਾਂ ਵਿਦਆਊਟ ਪਡਲਿੰਗ ਵੀ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਡਲਿੰਗ ਕਰੋ ਫਿਰ ਹੀ ਪੈਡੀ ਲੱਗ ਸਕਦੀ ਹੈ, ਵਿਦਆਊਟ ਪਡਲਿੰਗ ਵੀ ਹੋ ਸਕਦੀ ਹੈ। DSR ਔਰ ASR ਵਰਗੀਆਂ ਤਕਨੀਕਾਂ ਹੈਗੀਆਂ ਨੇ ਸਾਡੇ ਕੋਲੇ, ਜਿੱਥੇ ਸਿਰਫ 20% ਪਾਣੀ ਨਾਲ ਮਤਲਬ ਤੁਸੀਂ ਪੈਡੀ ਨੂੰ ਉਗਾ ਸਕਦੇ ਹੋ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜੇ ਇਹ ਐਕਸਪਰਟ ਨੇ, ਜਦੋਂ ਇਹਨਾਂ ਕੋਲੇ ਇਹ ਜ਼ਿੰਮੇਵਾਰੀਆਂ ਰਹੀਆਂ ਨੇ, ਉਦੋਂ ਤਾਂ ਇਹਨਾਂ ਨੇ ਕਿਸਾਨਾਂ ਨੂੰ ਉਸ ਦੂਜੇ ਪਾਸੇ ਵੱਲ ਧਕੇਲਤਾ। ਤੇ ਹੁਣ ਮਤਲਬ ਜਿਹੜਾ ਇਹ ਕਹਿ ਰਿਹਾ ਕਿ ਬਈ ਨਹੀਂ, ਗਰਾਊਂਡ ਵਾਟਰ ਅਗਰ ਬਚਾਉਣਾ ਹੈ ਤਾਂ ਤੁਸੀਂ ਫ੍ਰੀ ਬਿਜਲੀ ਬੰਦ ਕਰੋ। ਤਾਂ ਮੈਨੂੰ ਲੱਗਦਾ ਕਿ ਨਹੀਂ, ਇਹ ਇਕੱਲੀਆਂ ਗੱਲਾਂ ਕਰਨੀਆਂ ਠੀਕ ਨਹੀਂ, ਕਿਸਾਨਾਂ ਨੂੰ ਉਹਦੇ ਅਲਟਰਨੇਟਿਵਸ ਦੇਣੇ ਪੈਣਗੇ। ਜਿਹੜੇ 4 ਦਸ਼ਕ ਤੋਂ ਤੁਸੀਂ ਇੱਕ ਪਾਸੇ ਨੂੰ ਧੱਕੇ ਨੇ, ਉਹਨਾਂ ਨੂੰ ਤੁਸੀਂ ਅਚਾਨਕ ਕਹੋਗੇ ਕਿ ਉਹ ਸਵਿਚ ਆਫ ਕਰਕੇ ਇੱਧਰ ਆ ਜਾਣ, ਮੈਨੂੰ ਕੋ ਲੱਗਦਾ ਇਹ ਬਹੁਤ ਮੁਸ਼ਕਲ ਗੱਲ ਹੈ। ਜਦ ਤੱਕ ਉਹਨਾਂ ਨੂੰ ਕੋਈ ਪ੍ਰੋਪਰ ਪੈਡੀ ਦਾ ਅਲਟਰਨੇਟਿਵ ਨਹੀਂ ਦਿੰਦੇ ਤਾਂ ਉਹ ਇੱਧਰ ਨਹੀਂ ਆਣਗੇ। ਸੇਮ ਹੀ ਗੱਲ ਜਿਹੜੀ ਹੈਗੀ ਹੈ ਉਹ ਕੱਲ ਐਗਰੀਕਲਚਰ ਪਾਲਿਸੀ ਦੇ ਵਿੱਚ ਵੀ ਡਿਸਕਸ ਹੋਈ ਹੈ, ਜਿਹੜੀ ਕੱਲ ਕੁਲਦੀਪ ਸਿੰਘ ਧਾਲੀਵਾਲ ਹੋਣੀ ਕਹਿ ਰਿਹਾ ਕਿ ਅਸੀਂ ਜੂਨ ਤੱਕ ਜਿਹੜੀ ਹੈ ਇਹ ਲੈ ਆਵਾਂਗੇ। 31 ਮਾਰਚ ਤੱਕ ਉਹਨਾਂ ਨੇ ਸਾਰੇ ਲੋਕਾਂ ਤੋਂ ਉਹ ਮੰਗੇ ਹੋਏ ਨੇ। ਮੇਰੇ ਉਹਦੇ ਚ ਸਿਰਫ ਇੱਕੋ ਹੀ ਪੁਆਇੰਟ ਹੈ, ਉਹ ਇਹ ਕਿ ਇਸ ਤੋਂ ਪਹਿਲਾਂ ਅਜੇ ਵੀਰ ਜਾਖੜ ਹੋਰਾਂ ਦੀ ਇੱਕ ਐਗਰੀਕਲਚਰ ਪਾਲਿਸੀ ਜਿਹੜੀ ਹੈ 2018 ਦੇ ਵਿੱਚ ਉਹਨਾਂ ਨੇ ਰਿਲੀਜ਼ ਕੀਤੀ ਸੀ। ਐਂ ਬਹੁਤ ਸਾਰੇ ਲੋਕਾਂ ਨਾਲ, ਬਹੁਤ ਸਾਰੇ ਐਕਸਪਰਟਸ ਨਾਲ ਸੈਮੀਨਾਰ ਕਰਕੇ, ਗੱਲਾਂ ਕਰਕੇ ਉਹਨਾਂ ਨੇ ਇਹ ਤਿਆਰ ਕੀਤੀ ਸੀ। ਫਿਰ ਉਹਨੂੰ ਵੈਬਸਾਈਟ ਤੇ ਵੀ ਪਾਇਆ ਸੀ, ਪੰਜਾਬ ਫਾਰਮਰ ਕਮਿਸ਼ਨ ਦੀ, ਤੁਹਾਨੂੰ ਯਾਦ ਹੋਊਗਾ। ਤਾਂ ਉੱਥੇ ਇਹ ਕਿਹਾ ਸੀ ਵੀ ਜਿਹਨੇ ਕੁਝ ਵੀ ਹੋਰ ਇਹਦੇ ਵਿੱਚ ਆਪਣਾ ਕੋਈ ਨੁਕਤਾ ਦੇਣਾ ਤੁਸੀਂ ਦੋ, ਅਗਰ ਸਾਨੂੰ ਉਹ ਠੀਕ ਲੱਗਿਆ ਅਸੀਂ ਇਹਨੂੰ ਇਨਕੋਰਪੋਰੇਟ ਕਰਾਂਗੇ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਇਹ ਬੇਨਤੀ ਕੀਤੀ ਸੀ ਵੀ ਇਹਨੂੰ ਵਿਧਾਨ ਸਭਾ ਦੇ ਵਿੱਚ ਲੈ ਜਾਓ। ਵਿਧਾਨ ਸਭਾ ਦੇ ਵਿੱਚ ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਹੁੰਦੇ ਆ, ਇਸ ਤੇ ਡਿਸਕਸ ਕਰ ਲਓ। ਡਿਸਕਸ ਕਰਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਪਸੰਦ ਆਣੀਆਂ ਤੁਹਾਨੂੰ ਵਾਪਿਸ ਕਰ ਦਿਓ, ਅਸੀਂ ਉਸ ਤੇ ਰੀਥਿੰਕ ਕਰ ਲਾਂਗੇ। ਲੇਕਿਨ ਜਿਹੜੀਆਂ ਚੀਜ਼ਾਂ ਉਸ 'ਚ ਠੀਕ ਨੇ ਉਹਨੂੰ ਲੈ ਕੇ ਇੱਕ ਲੌਂਗ ਟਰਮ ਪਾਲਿਸੀ ਬਣਾਓ ਤਾਂ ਔਰ ਉਸ ਦਿਸ਼ਾ ਵੱਲ ਵਧੋ। ਲੇਕਿਨ ਬਹੁਤ ਅਫਸੋਸ ਹੈ ਕਿ ਅੱਜ 5 ਸਾਲ ਹੋ ਗਏ, ਉਹ ਜਿਹੜੀ ਰਿਪੋਰਟ ਹੈ ਉਹ ਫਾਈਲਾਂ ਉਹਦੇ ਉੱਪਰ ਵੱਡੀ ਧੂਲ ਜੰਮ ਚੁੱਕੀ ਹੈ। ਤੇ ਹੁਣ ਇੱਕ ਨਵੀਂ ਪਾਲਿਸੀ ਆਮ ਆਦਮੀ ਸਰਕਾਰ ਲੈ ਕੇ ਆ ਰਹੀ ਹੈ। ਸਵਾਲ ਇਹ ਨਹੀਂ ਕਿ ਪਾਲਿਸੀ ਕੌਣ ਲੈ ਕੇ, ਪਾਲਿਸੀ ਕੋਈ ਵੀ ਲੈ ਕੇ ਆਏ, ਸਵਾਲ ਉਸ ਨੂੰ ਲਾਗੂ ਕਰਨ ਦਾ, ਉਸ ਤੇ ਚੱਲਣ ਦਾ ਹੈ। ਪਾਲਿਸੀਆਂ ਬਣਾਉਣ ਨਾਲ ਕੁਝ ਨਹੀਂ ਹੋਣਾ, ਉਸ ਤੇ ਚੱਲਣ ਨਾਲ ਕੁਝ ਹੋਣਾ। ਇਹ ਪਾਲਿਸੀ ਵੀ ਉਵੇਂ ਹੀ ਧੂੜ ਪੱਕਦੀ ਰਹਿ ਜਾਊਗੀ ਜਾਂ ਸੱਚਮੁੱਚ ਇਹ ਗਰਾਊਂਡ ਤੇ ਉਤਰੂਗੀ? ਕੀ ਬਿਊਰੋਕ੍ਰੇਸੀ ਇਹਦੇ ਲਈ ਤਿਆਰ ਹੈ? ਕਿਉਂਕਿ ਸਿਆਸੀ ਇੱਛਾ ਸ਼ਕਤੀ ਅੱਜ ਕੱਲ ਮੁੱਦਿਆਂ ਤੋਂ ਇੱਕ ਤੋਂ ਦੂਜੇ ਤੱਕ ਟਰੈਵਲ ਕਰਦੀ ਰਹਿੰਦੀ ਹੈ, ਲੇਕਿਨ ਪੱਕੇ ਤੌਰ ਤੇ ਇਹਦੇ ਕੋਈ ਪ੍ਰਿੰਸੀਪਲ ਸੈਕਟਰੀ ਮਹਿਕਮੇ ਦੇ, ਇਹਦੇ ਕੋਈ ਡਾਇਰੈਕਟਰ ਕੁੱਲ ਵਕਤੀ ਹੋਣ
ਜਿਹੜੇ ਇਹਦੇ 'ਚ 1 2 4 5 ਸਾਲ ਲੰਬੀ ਪਾਲਿਸੀ ਬਣਾ ਕੇ ਐਗਜ਼ੀਕਿਊਟ ਕਰ ਸਕਣ। ਅਦਰਵਾਈਜ਼ ਤਾਂ ਇੱਥੋਂ ਝੋਲਾ ਚੁੱਕ ਕੇ ਦੂਜੇ ਮਹਿਕਮਿਆਂ ਵੱਲ ਜਾਣ ਦੀ ਤਾਂਘ ਲਾਈ ਬੈਠੇ ਅਫਸਰ ਇਹਦੇ ਵੱਲ ਕਿਉਂ ਵੇਖਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ ਜੀ।